24 ਤੋਂ 30 32 ਦੀ ਇੰਜੀਲ ਰੋ ਅਸੀਂ ਪੜ੍ਹਦੇ ਹਾਂ। ਹਾਲੇਲੂਇਆ ਹਾਲੇਲੂਇਆ। ਇੱਥੇ ਲਿਖਿਆ ਹੈ, ਉਸਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਦੇ ਕੇ ਕਿਹਾ ਕਿ ਸਵਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜਿਸ ਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ, ਪਰ ਜਦ ਲੋਕ ਸੌ ਰਹੇ ਸਨ ਤਦ ਉਹਦਾ ਵੈਰੀ ਆਇਆ ਅਤੇ ਉਹਦੀ ਆਵਾਜ਼ ਸਹੀ ਨਹੀਂ ਆ ਰਹੀ, ਨੱਕ ਵਿੱਚ ਆ ਰਹੀ, ਬੰਦ ਕਰ। ਜਦ ਲੋਕ ਸੌ ਰਹੇ ਸਨ ਤਦ ਉਹਦਾ ਵੈਰੀ ਆਇਆ ਅਤੇ ਉਹਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ, ਅਤੇ ਜਦ ਅੰਗੂਰੀ ਨਿਕਲੀ ਅਤੇ ਸਿੱਟੇ ਲੱਗੇ ਤਦ ਜੰਗਲੀ ਬੂਟੀ ਵੀ ਦਿਸ ਪਈ। ਤਾਂ ਘਰ ਦੇ ਮਾਲਕ ਨੇ ਚਾਕਰਾਂ ਕੋਲ ਆਣ ਕੇ ਉਹਨੂੰ ਆਖਿਆ, ਘਰ ਦੇ ਮਾਲਕ ਦੇ ਚਾਕਰਾਂ ਨੇ ਉਸ ਕੋਲ ਆਣ ਕੇ ਆਖਿਆ, ਭਲਾ ਸਵਾਮੀ ਜੀ ਤੁਸਾਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਸੀ ਬੀਜਿਆ, ਫਿਰ ਜੰਗਲੀ ਬੂਟੀ ਕਿੱਥੋਂ ਆਈ? ਉਹਨੇ ਉਹਨਾਂ ਨੂੰ ਆਖਿਆ, ਇਹ ਕਿਸੇ ਵੈਰੀ ਦਾ ਕੰਮ ਹੈ। ਤਾਂ ਚਾਕਰਾਂ ਨੇ ਉਹਨੂੰ ਆਖਿਆ, ਜੇ ਮਰਜ਼ੀ ਹੋਵੇ ਤਾਂ ਅਸੀਂ ਜਾ ਕੇ ਉਸ ਨੂੰ ਇਕੱਠਾ ਕਰੀਏ। ਪਰ ਉਹਨੇ ਕਿਹਾ, ਨਾ, ਮਤੇ ਤੁਸੀਂ ਜੰਗਲੀ ਬੂਟੀ ਨੂੰ ਇਕੱਠਿਆ ਕਰਦਾ ਕਣਕ ਨੂੰ ਵੀ ਨਾਲ ਹੀ ਪੁੱਟ ਲਵੋ। ਹਾਲੇਲੂਇਆ ਹਾਲੇਲੂਇਆ। ਵਾਢੀ ਤੋੜੀ ਦੋਨਾਂ ਨੂੰ ਰਲੇ ਮਿਲੇ ਵਧਣ ਦਿਓ, ਅਤੇ ਮੈਂ ਵਾਢੀ ਦੇ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ, ਜੋ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫੂਕਣ ਲਈ ਉਹ ਦੀਆਂ ਪੂਲੀਆਂ ਬੰਨੋ, ਪਰ ਕਣਕ ਨੂੰ ਮੇਰੇ ਕੋਠੇ ਵਿੱਚ ਜਮ੍ਹਾਂ ਕਰੋ। ਹਾਲੇਲੂਇਆ ਹਾਲੇਲੂਇਆ। ਸਾਰਿਆਂ ਨੂੰ ਸਮਝ ਆ ਗਈ? ਆਮੀਨ। ਰਾਓ ਅਸੀਂ 36 ਆਇਤ ਤੋਂ ਲੈ ਕੇ 43 ਆਇਤ ਤੱਕ ਪੜ੍ਹਦੇ ਹਾਂ। ਇੱਥੇ ਲਿਖਿਆ ਹੈ, ਤਦ ਉਹ ਭੀੜ ਨੂੰ ਛੱਡ ਕੇ ਘਰ ਵਿੱਚ ਆਇਆ ਅਤੇ ਉਹਦੇ ਚੇਲਿਆਂ ਨੇ ਉਹ ਕੋਲ ਆਣ ਕੇ ਕਿਹਾ, ਜੋ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਖੋਲ ਕੇ ਸਾਨੂੰ ਦੱਸ। ਤਾਂ ਉਸਨੇ ਉੱਤਰ ਦਿੱਤਾ, ਜਿਹੜਾ ਚੰਗਾ ਬੀਜ ਬੀਜਦਾ ਹੈ ਉਹ ਮਨੁੱਖ ਦਾ ਪੁੱਤਰ ਆ। ਹਾਲੇਲੂਇਆ ਹਾਲੇਲੂਇਆ। ਜਦੋਂ ਅਸੀਂ ਯਹੂਨਾ ਦੀ ਅੰਜੀਲ 12 ਦੇ ਉਹਦੀ 23 ਆਇਤ ਨੂੰ ਪੜ੍ਹਦੇ ਹਾਂ, ਉੱਥੇ ਲਿਖਿਆ ਹੈ, ਪ੍ਰਭੂ ਯਿਸੂ ਮਸੀਹ ਖੁਦ ਬੀਜ ਬੀਜਦਾ ਆ। ਹਾਲੇਲੂਇਆ। ਔਰ ਬੀਜ ਵੀ ਖੁਦ ਆ, ਕਿਉਂਕਿ ਕਣਕ ਦਾ ਦਾਣਾ ਕੌਣ ਆ? ਉਹ ਖੁਦ ਆ, ਪ੍ਰਭੂ ਯਿਸੂ ਮਸੀਹ ਆ। ਔਰ ਬਾਕੀ ਜਿਹੜੇ ਫਲ ਲੈ ਕੇ ਆਉਂਦਾ ਹੈ ਉਹ ਮੈਂ ਤੇ ਤੁਸੀਂ ਆ। ਤਾਂ ਉਸਨੇ ਉੱਤਰ ਦਿੱਤਾ, ਜਿਹੜਾ ਚੰਗਾ ਬੀਜ ਬੀਜਦਾ ਆ ਉਹ ਮਨੁੱਖ ਦਾ ਪੁੱਤਰ ਆ। ਖੇਤ ਜਗਤ ਹੈ ਅਤੇ ਚੰਗਾ ਬੀਜ ਰਾਜ ਦੇ ਪੁੱਤਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ। ਅਤੇ ਜਿਸ ਵੈਰੀ ਨੇ ਉਹਨੂੰ ਬੀਜਿਆ ਉਹ ਸ਼ੈਤਾਨ ਹੈ। ਵਾਢੀ ਦਾ ਵੇਲਾ ਯੁੱਗ ਦਾ ਅੰਤ ਹੈ ਅਤੇ ਵੱਢਣ ਵਾਲੇ ਦੂਤ ਹਨ। ਸੋ ਜਿਸ ਪ੍ਰਕਾਰ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਫੂਕੀ ਜਾਂਦੀ ਹੈ, ਉਸੇ ਪ੍ਰਕਾਰ ਇਸ ਜਗਤ ਦੇ ਅੰਤ ਦੇ ਸਮੇਂ ਹੋਵੇਗਾ। ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਘੱਲੇਗਾ ਤੇ ਉਹ ਉਹਦੇ ਰਾਜ ਵਿੱਚੋਂ ਸਾਰੀਆਂ ਠੋਕਰ ਖਵਾਉਣ ਵਾਲੀਆਂ ਚੀਜ਼ਾਂ ਨੂੰ ਅਤੇ ਕੁਕਰਮੀਆਂ ਨੂੰ ਇਕੱਠਾ ਕਰਨਗੇ ਅਤੇ ਉਹਨਾਂ ਨੂੰ ਭੱਖ ਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ। ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ। ਜਿਸ ਦੇ ਕੰਨ ਹਨ ਸੋ ਸੁਣੇ। ਆਮੀਨ। ਪ੍ਰਭੂ ਦੇ ਪੜ੍ਹੇ ਗਿਆ ਔਰ ਸੁਣੇ ਗਿਆ ਵਚਨ ਉਤੇ ਬਰਕਤ ਹੋਵੇ। ਅਸੀਂ ਥੋੜੀ ਦੇਰ ਇਹਦੇ ਉੱਤੇ ਗੱਲ ਕਰਦੇ ਹਾਂ। ਆਓ ਅਸੀਂ ਉਸ ਤੋਂ ਪਹਿਲਾਂ ਪ੍ਰਾਰਥਨਾ ਕਰਦੇ ਹਾਂ। ਸਭ ਸਿਰਾਂ ਨੂੰ ਝੁਕਾ ਲੈਂਦੇ ਹਾਂ। स्वर्गीय बाप आसमानी यीशु नासरी, जा तू किन्ना भला है प्रभु, और सदा तू अपने लोकां अपने पुत्रां दे उत्ते प्रभु भलाई करदा है, क्योंकि तू उन्हां नूं पहचानदा है, वो तेनू पहचानदे हन। जिहदा वचन बयान करदा है कि मेरियां भेडां मेरी आवाज़ नूं पहचानदियां हन, सुणदियां हन। मेहरबान प्रभु होण दे कि अज इस जगह ते कुछ तेरियां जद भेडां हन प्रभु जो सचमुच तेरी आवाज़ नूं ही जानदियां हन प्रभु तू उन्हां जानदा है और उन्हां दे वसीले बोल प्रभु। और इस जगह ते कोई मनुख महान नहीं है प्रभु, बल्कि तेरा वचन ही है प्रभु जो सब चीज़ां दे लई गुणकार आ, सिखाउण दे लई, समझाउण दे लई, और हरेक दो धारी तलवार दे नाल ज़्यादा तिखा है। और प्रभु होण दे कि ज़्यादा प्रेरणा दे नाल भैणां भरावां दे उत्ते आवे प्रभु,
ਤੇ ਸੱਚਮੁੱਚ ਪ੍ਰਭੂ ਅੱਜ ਇੱਕ ਵਧੀਆ ਨਸਲ ਵਧੀਆ ਲੋਕ ਲੱਭ ਲੈ ਜਾਣ ਪ੍ਰਭੂ, ਜੋ ਸਿਰਫ ਤੇਰੇ ਲੋਕ ਹਨ ਪ੍ਰਭੂ। ਉਹ ਮਿਹਰਬਾਨ ਪ੍ਰਭੂ, ਤੂੰ ਆਏ ਹੋਏ ਸਭ ਭੈਣ ਭਰਾਵਾਂ ਨੂੰ ਬਰਕਤ ਔਰ ਆਸ਼ੀਸ਼ ਦੇਈਂ, ਔਰ ਪ੍ਰਭੂ ਸਭ ਪੱਖਾਂ 'ਚ ਇਸ ਜਗ੍ਹਾ ਤੇ ਤੇਰੀ ਮਨਾਦੀ ਕੀਤੀ ਜਾਏ, ਤੇਰੇ ਨਾਮ ਨੂੰ ਉੱਚਾ ਕੀਤਾ ਜਾਏ। ਇਸ ਦੁਆ ਨੂੰ ਸੁਣ ਕਬੂਲ ਕਰ, ਦੁਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ ਆਮੀਨ। ਇਹ ਸਭ ਆਦਰ ਸਹਿਤ ਬੈਠ ਸਕਦੇ ਹਾਂ। ਪ੍ਰਭੂ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। ਹਾਲੇਲੂਇਆ ਹਾਲੇਲੂਇਆ। ਹੁਣ ਇਸ ਜਗ੍ਹਾ ਤੇ ਸਾਨੂੰ ਮਿਲਦਾ ਆ ਕਿ ਦੋ ਤਰ੍ਹਾਂ ਦੇ ਬੀਜ ਆ, ਇੱਕ ਪਰਮੇਸ਼ਰ ਦੇ ਵੱਲੋਂ ਬੀਜਿਆ ਜਾਂਦਾ ਆ ਔਰ ਇੱਕ ਸ਼ੈਤਾਨ ਦੇ ਵੱਲੋਂ ਬੀਜਿਆ ਜਾਂਦਾ ਆ। ਦੋ ਤਰ੍ਹਾਂ ਦੇ ਬੀਜ ਆ ਔਰ ਇੱਥੋਂ ਤੱਕ ਕਿ ਦੋਨੋਂ ਹੀ ਇੱਕੋ ਖੇਤ 'ਚ ਆ। ਹਾਲੇਲੂਇਆ। ਔਰ ਬਾਈਬਲ ਬਿਆਨ ਕਰਦੀ ਆ ਕਿ ਖੇਤ ਕੀ ਆ? ਇਹ ਸੰਸਾਰ ਆ, ਇਹ ਜਗਤ ਨੂੰ ਖੇਤ ਕਿਹਾ ਜਾਂਦਾ ਆ। ਔਰ ਇਸ ਜਗਤ ਦੇ ਵਿੱਚ ਦੋ ਤਰ੍ਹਾਂ ਦੀਆਂ ਨਸਲਾਂ ਆ, ਦੋ ਤਰ੍ਹਾਂ ਦੇ ਲੋਕ ਆ। ਇੱਕ ਤਾਂ ਜੋ ਪ੍ਰਭੂ ਦੇ ਚੁਣੇ ਹੋਏ ਲੋਕ ਆ ਉਹ ਆ, ਔਰ ਇੱਕ ਉਹ ਲੋਕ ਆ ਜਿਹੜੇ ਸਿੱਧੇ ਸ਼ੈਤਾਨ ਦੀ ਔਲਾਦ ਆ, ਜਿਹੜੇ ਸ਼ੈਤਾਨ ਦੀ ਕੀ ਆ? ਔਲਾਦ ਆ। ਹਾਲੇਲੂਇਆ। ਔਰ ਪ੍ਰਭੂ ਸਦਾ ਆਪਣੇ ਲੋਕਾਂ ਨੂੰ, ਜਿੱਦਾਂ ਆਪਾਂ 2-4 ਹਫ਼ਤੇ ਪਹਿਲਾਂ ਪ੍ਰਚਾਰ ਦੀ ਵੈਲਿਊ ਨਹੀਂ ਹੈ ਇਸ ਧਰਤੀ ਦੇ ਉੱਤੇ, ਇੱਥੋਂ ਤੱਕ ਕਿ ਜਿਨ੍ਹਾਂ ਦੀ ਕੋਈ ਵੀ ਪਿਛੋਕੜ ਨਹੀਂ ਆ, ਜਿਨ੍ਹਾਂ ਦੀ ਕੋਈ ਸ਼ੁਰੂਆਤ ਨਹੀਂ ਆ, ਕਿਉਂਕਿ ਸ਼ੁਰੂਆਤ ਹੀ ਪ੍ਰਭੂ ਸਦਾ ਮੁੱਢ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਜਾਣਦਾ ਆ। ਆਮੀਨ ਹਾਲੇਲੂਇਆ। ਅੱਜ ਲੋਕ ਭਗਤੀ ਪ੍ਰਸਤ ਹੋ ਸਕਦੇ ਆ, ਅੱਜ ਲੋਕ ਮਸੀਹ ਨੂੰ ਗ੍ਰਹਿਣ ਕਰ ਸਕਦੇ ਆ, ਪਰ ਸ਼ਰਤ ਆ ਕਿ ਉਹਨਾਂ ਨੂੰ ਆਪਣੀ ਪਹਿਚਾਣ ਉਸ ਮੁੱਢ 'ਚ ਕਰਵਾਉਣੀ ਪੈਣੀ ਆ। ਹਾਲੇਲੂਇਆ ਹਾਲੇਲੂਇਆ। ਉਹਨਾਂ ਨੂੰ ਉਹ ਫਲ ਦਿਖਾਉਣੇ ਪੈਣੇ ਆ ਕਿ ਅਸੀਂ ਮੁੱਢ 'ਚ ਏਦਾਂ ਦੇ ਨਜ਼ਰ ਆਉਂਦੇ ਆ, ਸਾਡੀ ਕੀ ਸ਼ੁਰੂਆਤ ਆ। ਹਾਲੇਲੂਇਆ। ਕਿਉਂਕਿ ਧਰਤੀ ਦੀ ਹਰੇਕ ਚੀਜ਼ ਜਾਂਦੀ ਰਹੇਗੀ, ਹਰੇਕ ਚੀਜ਼ ਦਾ ਨਾਸ਼ ਹੋ ਜਾਣਾ ਆ। ਔਰ ਇੱਥੋਂ ਤੱਕ ਕਿ ਸਾਨੂੰ ਪਤਾ ਲੱਗਦਾ ਆ ਕਿ ਜੋ ਬੀਜ ਸ਼ੈਤਾਨ ਨੇ ਬੀਜਿਆ ਆ, ਜੋ ਲੋਕ ਸ਼ੈਤਾਨੀ ਇਸ ਧਰਤੀ ਤੇ ਵਸਦੇ ਆ, ਔਰ ਬਾਈਬਲ ਉਹਨਾਂ ਨੂੰ ਜੰਗਲੀ ਬੂਟੀ ਦੱਸਦੀ ਆ, ਬਾਈਬਲ ਉਹਨਾਂ ਨੂੰ ਚੂਜੇ ਦੱਸਦੀ ਆ। ਹਾਲੇਲੂਇਆ। ਬਾਈਬਲ ਉਹਨਾਂ ਨੂੰ ਕਾਂ ਦੱਸਦੀ ਆ। ਉਹ ਏਦਾਂ ਦੇ ਲੋਕ ਆ, ਔਰ ਉਹ ਸਦਾ ਦੇ ਲਈ ਨਹੀਂ ਆ, ਉਹ ਇੱਕ ਦਿਨ ਖਤਮ ਹੋ ਜਾਣੇ ਆ। ਉਹ ਕੀ ਹੋ ਜਾਣੇ ਆ? ਖਤਮ ਹੋਣ ਦਾ ਮਤਲਬ ਇਹ ਆ ਕਿ ਜਿੱਦਾਂ ਦੇਖੋ ਕਿ ਉਹ ਬਿਲਕੁਲ ਉਹਨਾਂ ਦਾ ਨਾਮੋ ਨਿਸ਼ਾਨ ਖਤਮ ਹੋ ਜਾਣਾ ਆ। ਉਹ ਕਦੀ ਯਾਦ ਨਹੀਂ ਕੀਤੇ ਜਾਣੇ ਕਿ ਏਦਾਂ ਦੇ ਲੋਕ ਕਦੇ ਇਸ ਧਰਤੀ ਦੇ ਉੱਤੇ ਰਹੇ ਆ, ਕਿਉਂਕਿ ਇਹ ਧਰਤੀ ਸਦਾ ਉਹਨੇ ਆਪਣੇ ਬੱਚਿਆਂ ਨੂੰ ਦਿੱਤੀ ਆ। ਆਪਣੇ ਬੱਚਿਆਂ ਦੇ ਰਹਿਣ ਦੇ ਲਈ ਇਹ ਧਰਤੀ ਬਣਾਈ ਗਈ ਆ। ਇਹ ਕਦੀ ਸ਼ੈਤਾਨ ਦੇ ਲੋਕਾਂ ਦੇ ਲਈ ਧਰਤੀ ਨਹੀਂ ਆ। ਹਾਲੇਲੂਇਆ। ਇਹ ਜਗਤ ਕਾਦੇ ਲਈ ਆ? ਉਹਨੇ ਆਪਣੇ ਬੱਚਿਆਂ ਨੂੰ ਇੱਥੇ ਬੀਜਿਆ ਸੀਗਾ, ਆਪਣੇ ਬੱਚਿਆਂ ਨੂੰ, ਆਪਣੇ ਪੁੱਤਰਾਂ ਨੂੰ ਇਸ ਧਰਤੀ ਦੇ ਉੱਤੇ ਘੱਲਿਆ ਸੀਗਾ। ਪਰ ਸ਼ੈਤਾਨ ਨੇ ਕੀ ਕੀਤਾ? ਕੁਝ ਬੀਜਾਂ ਦੇ ਵਿੱਚ ਮਿਲਾਵਟ ਕਰਕੇ ਉਹਨੇ ਇੱਕ ਹੋਰ ਨਸਲ ਤਿਆਰ ਕਰ ਦਿੱਤੀ। ਉਸ ਨਸਲ ਨੂੰ ਖੱਚਰ ਵਿਦਿਆ ਬਾਈਬਲ ਦੱਸਦੀ ਆ। ਹਾਲੇਲੂਇਆ। ਕਿਹਨਾਂ ਨੂੰ ਗੱਲ ਸਮਝ ਆ ਰਹੀ ਹੈ? ਔਰ ਇਸ ਤਰੀਕੇ ਨਾਲ ਅਸੀਂ ਥੋੜੀ ਦੇਰ ਇਹਨਾਂ ਗੱਲਾਂ ਦੇ ਉੱਤੇ ਥੋੜੀ ਦੇਰ ਬੋਲਾਂਗੇ, ਕਿਉਂਕਿ ਜਦੋਂ ਸਾਨੂੰ ਪਤਾ ਲੱਗਾ ਕਿ ਉਸ ਮਾਲਕ ਦੇ ਚਾਕਰਾਂ ਨੇ ਜਦੋਂ ਦੇਖਿਆ ਕਿ ਜਗਤ ਦੇ ਵਿੱਚ ਦੋ ਤਰ੍ਹਾਂ ਦੇ ਬੀਜ ਨਜ਼ਰ ਆ ਰਹੇ ਆ, ਇੱਕ ਤਾਂ ਬੜੇ ਵਧੀਆ ਵਿਸ਼ਵਾਸੀ ਆ, ਔਰ ਉਹਨਾਂ ਦਾ ਜਨਮ ਮਰਨ ਸਭ ਕੁਝ ਵਚਨ ਦੇ ਨਾਲ ਆ, ਔਰ ਵਚਨ ਦੀ ਇੱਕ ਲਿਖਤ ਨੂੰ ਵੀ ਥੱਲੇ ਨਹੀਂ ਸੁੱਟ ਸਕਦੇ। ਕੀ ਨਹੀਂ ਕਰ ਸਕਦੇ? ਇੱਕ ਲਿਖਤ ਵੀ ਜਿਹੜੀ ਹੈ ਨਾ, ਉਹਨੂੰ ਪਰੋਖੇ ਨਹੀਂ ਕਰ ਸਕਦੇ ਹੋ। ਹਾਲੇਲੂਇਆ ਹਾਲੇਲੂਇਆ। ਔਰ ਕਹਿੰਦੇ ਆਹ ਕਿੱਦਾਂ ਦੇ ਲੋਕ ਆ ਗਏ, ਆਹ ਕਿੱਦਾਂ ਦੇ ਲੋਕ ਆ ਗਏ, ਔਰ ਬਾਈਬਲ ਦਾ ਵੀ ਪੂਰਾ ਪਤਾ ਹੈ ਇਹਨਾਂ ਨੂੰ। ਔਰ ਇੱਥੋਂ ਤੱਕ ਕਿ ਬੜੇ ਦੇਖਣ 'ਚ ਬੜੇ ਵਧੀਆ ਲੱਗਦੇ ਆ, ਕੈਨ ਦੀ ਤਰ੍ਹਾਂ। ਕੈਨ ਦੱਸਿਆ ਜਾਂਦਾ ਬੁਨਿਆਦੀ ਤੌਰ ਤੇ ਬੜਾ ਵਧੀਆ ਜਾਪਦਾ ਸੀਗਾ। ਜਦੋਂ ਕੈਨ ਔਰ ਹਾਬਲ ਉਸ ਜਗਵੇਦੀ ਤੇ ਕੁਰਬਾਨੀ ਚੜਾਉਣ ਆਏ, ਬੁਨਿਆਦੀ ਤੌਰ ਤੇ ਬੜਾ ਵਧੀਆ ਜਾਪਦਾ ਸੀਗਾ, ਪਰ ਸਵੀਕਾਰ ਕੌਣ ਹੋਇਆ ਉਸ ਜਗ੍ਹਾ ਤੇ? ਕਿਹਦੀ ਕੁਰਬਾਨੀ ਸਵੀਕਾਰ ਕਰ ਲਈ ਗਈ?
ਹਾਵਲ ਦੀ, ਕਿਉਂਕਿ ਕੈਨ ਨੂੰ ਪਛਾਣਦਾ ਨਹੀਂ ਸੀਗਾ, ਭਾਵੇਂ ਕਿ ਉਹਦੀ ਕਿੰਨੀ ਮਿਹਨਤ ਸੀਗੀ, ਕਿੰਨਾ ਵਧੀਆ ਉਹ ਇੱਕ ਸ਼ਰਧਾ ਦੇ ਨਾਲ ਲਿਆ ਰਿਹਾ ਸੀਗਾ ਸਭ ਕੁਝ, ਪਰ ਉਹ ਪਛਾਣਿਆ ਨਹੀਂ ਗਿਆ। ਉਹ ਜਗ੍ਹਾ ਤੇ ਅਸਲੀ ਬੀਜ ਦੀ ਹੀ ਪਛਾਣ ਹੋਣੀ ਆ। ਔਰ ਦੱਸਿਆ ਜਾਂਦਾ ਜਦੋਂ ਉਸ ਨੌਕਰ ਦੇ ਉਹਨਾਂ ਨੌਕਰਾਂ ਨੇ, ਉਹ ਜਿਹੜੇ ਮਾਲਕ ਦੇ ਕਾਮੇ ਸੀਗੇ, ਜਦੋਂ ਉਹਨਾਂ ਨੇ ਦੇਖਿਆ ਕਿ ਇਹ ਕਿੱਦਾਂ ਦੇ ਲੋਕ ਕਲੀਸਿਆ 'ਚ ਆ ਗਏ, ਇਹ ਕਿੱਦਾਂ ਦੇ ਲੋਕ ਆ, ਕਹਿੰਦੇ ਕਿਉਂ ਨਾ ਅਸੀਂ ਇਹਨਾਂ ਨੂੰ ਬਾਹਰ ਕੱਢ ਦਈਏ। ਕੀ ਕਰ ਦਈਏ? ਬਾਹਰ ਕੱਢ ਦਈਏ। ਉਹ ਕਹਿੰਦਾ ਇਹਨਾਂ ਨੂੰ ਰਲੇ ਮਿਲੇ ਵਧਣ ਦਿਓ, ਇਹਨਾਂ ਨੂੰ ਰਲੇ ਮਿਲੇ ਵਧਣ ਦਿਓ। ਕਹਿੰਦਾ ਕਿਤੇ ਇਉਂ ਨਾ ਹੋਵੇ ਕਿ ਜੰਗਲੀ ਬੂਟੀ ਨੂੰ ਪੁੱਟਦਿਆਂ ਕਿਤੇ ਤੁਸੀਂ ਕਣਕ ਵੀ ਪੁੱਟ ਬੈਠੋ, ਹਨਾ। ਹੁਣ ਪੁੱਟਣੀ ਤਾਂ ਜੰਗਲੀ ਬੂਟੀ ਆ, ਕਣਕ ਕਿਵੇਂ ਪੁੱਟੀ ਜਾ ਸਕਦੀ ਹੈ? ਜੜ੍ਹਾਂ ਦੇ ਵਿੱਚ, ਹਨਾ, ਕਿਉਂਕਿ ਉਹਨਾਂ ਦੀਆਂ ਆਪਸ ਵਿੱਚ ਜੜ੍ਹਾਂ ਜੁੜੀਆਂ ਹੋਈਆਂ, ਜੜ੍ਹਾਂ ਜੁੜੀਆਂ ਹੋਈਆਂ ਆ। ਕਿਉਂਕਿ ਜਿਸ ਜਗ੍ਹਾ ਤੋਂ ਖੁਰਾਕ ਪ੍ਰਾਪਤ ਹੋ ਰਹੀ ਆ, ਜਿਸ ਜਗ੍ਹਾ ਤੋਂ ਖੁਰਾਕ ਲੈ ਰਹੇ, ਉਹ ਜਗ੍ਹਾ ਇੱਕ ਹੀ ਆ। ਹਾਲੇਲੂਇਆ। ਪਾਣੀ ਦੋਨਾਂ ਨੂੰ ਇੱਕੋ ਹੀ ਬਾਰਿਸ਼ ਦਾ ਮਿਲ ਰਿਹਾ ਆ, ਸੰਦੇਸ਼ ਇੱਕੋ ਹੀ, ਇਸ ਬਾਈਬਲ ਇੱਕ ਤੋਂ ਹੀ ਉਹ ਸਿੱਖ ਰਹੇ ਆ, ਪਰ ਫਲ ਅਲੱਗ-ਅਲੱਗ ਪ੍ਰਗਟ ਹੋ ਰਹੇ ਆ। ਕੋਈ ਤਾਂ ਕਹਿੰਦੇ ਆ ਕਿ ਬਪਤਿਸਮਾ ਬਾਪ ਬੇਟਾ ਪਾਕਰੂ ਦੇ ਨਾਮ 'ਚ ਆ, ਕੋਈ ਕਹਿੰਦਾ ਛੱਟੇ ਵਾਲਾ ਬਪਤਿਸਮਾ ਆ। ਕਿੱਥੋਂ ਲੱਭ ਰਹੇ ਸਭ ਕੁਝ? ਬਾਈਬਲ 'ਚੋਂ ਹੀ ਆ। ਕੋਈ ਕਹਿੰਦੇ ਡੁਬਕੀ ਵਾਲਾ ਆ, ਕੋਈ ਕਹਿੰਦੇ ਕਿ ਅੱਗ ਦੇ ਨਾਲ ਬਪਤਿਸਮਾ ਆ, ਕਿਉਂਕਿ ਯੂਨਾ ਨੇ ਕਿਹਾ ਆ ਕਿ ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਆ, ਪਰ ਜਿਹੜਾ ਮੇਰੇ ਤੋਂ ਬਾਅਦ ਆਉਂਦਾ ਹੈ ਉਹ ਅੱਗ ਨਾਲ ਬਪਤਿਸਮਾ ਦੇਊਗਾ। ਉਹ ਅੱਗ ਨਾਲ ਕਹੀ ਦੇਣ ਡਿਆ ਆ, ਉਹਨਾਂ ਨੂੰ ਅੱਗ ਦਾ ਬਪਤਿਸਮਾ ਵਿੱਚੋਂ ਲੱਭਣ ਡਿਆ ਆ। ਕਿੱਦਾਂ ਜੜਾਂ ਮਿਲੀਆਂ ਪਈਆਂ ਆ। ਹਾਲੇਲੂਇਆ। ਗੱਲ ਸਮਝ ਆ ਰਹੀ ਆ? ਆਮੇਨ। ਭੈਣੋ ਤੇ ਭਰਾਓ, ਉਹਨੇ ਕਿਹਾ ਨਹੀਂ, ਕਹਿੰਦਾ ਜੰਗਲੀ ਬੂਟੀ ਨੂੰ ਪੁੱਟਣਾ ਨਹੀਂ ਆ, ਵਧਣ ਦਿਓ। ਕਹਿੰਦਾ ਇਹਨਾਂ ਨੂੰ ਵੀ ਵਧਣ ਦਿਓ। ਔਰ ਕਹਿੰਦਾ ਜਦੋਂ ਸਮਾਂ ਆ ਜਾਊਗਾ, ਜਦੋਂ ਯੁੱਗ ਦਾ ਅੰਤ ਆ ਜਾਊਗਾ, ਉਹ ਸਮਾਂ ਅੱਜ ਆ। ਔਰ ਕਹਿੰਦਾ ਪਹਿਲਾਂ ਕੀ ਹੋਵੇਗਾ? ਪਹਿਲਾਂ ਕਹਿੰਦਾ ਇਹਨਾਂ ਦੀਆਂ ਪੂਲੀਆਂ ਬੰਨਾਂਗੇ। ਕਿਹਨਾਂ ਦੀਆਂ? ਜੰਗਲੀ ਬੂਟਿਆਂ ਦੀਆਂ ਪੂਲੀਆਂ ਬੰਨਾਂਗੇ। ਇਹਨਾਂ ਦੀਆਂ ਪੂਲੀਆਂ ਵੱਧ ਚੁੱਕੀਆਂ ਨੇ। ਜੰਗਲੀ ਬੂਟੀ ਦੀਆਂ ਪੂਲੀਆਂ ਬੰਨ ਚੁੱਕੀਆਂ, ਸੱਚ ਹੈ, ਬੰਨ ਦਿੱਤੀਆਂ ਗਈਆਂ ਆ। ਕਿਵੇਂ ਭਲਾ ਬੰਨ ਦਿੱਤੀਆਂ ਗਈਆਂ ਭਾਈ ਮੋਹਨ ਜੀ? ਹਾਂਜੀ, ਜਿਵੇਂ ਆਪਾਂ ਕਹਿੰਦੇ ਵੱਡਾ ਦਿਨ ਕਹਿ ਸਕਦੇ ਹਾਂ, ਇਕੱਠੇ ਹੁੰਦੇ ਸਾਰੇ ਸਹਿਮਤ ਹੋ ਜਾਂਦੇ ਵੀ ਹਾਂ ਇਹ ਗੱਲ ਸਹੀ ਹੈ। ਹਾਂ, ਇਹਨਾਂ ਦੀ ਪੂਲੀਆਂ ਵੱਧ ਚੁੱਕੀਆਂ। ਵੱਖ-ਵੱਖ ਸੰਸਥਾਵਾਂ 'ਚ ਗ੍ਰਸਤ ਹੋ ਗਏ ਲੋਕ, ਵੱਖ-ਵੱਖ ਝੁੰਡ ਖੜੇ ਕਰ ਲਏ ਇਹਨਾਂ ਨੇ, ਆਪਦੇ ਚਰਚ ਖੜੇ ਕਰ ਲਏ, ਭਾਵੇਂ ਉਹ ਈਰਖਾ ਦੇ ਨਾਲ ਕਰ ਲਏ, ਭਾਵੇਂ ਕਿਸੇ ਵੀ ਤਰੀਕੇ ਦੇ ਨਾਲ। ਕੋਈ ਕਹਿੰਦਾ ਮੈਂ ਤਾਂ ਪੈਂਥੀਕੋਸਟਲ ਆ, ਕੋਈ ਕਹਿੰਦਾ ਮੈਂ ਪ੍ਰੈਸਬਾਈਟੇਰੀਅਨ ਆ, ਕੋਈ ਕਹਿੰਦਾ ਮੈਂ ਮੈਥੋਡਿਸਟ ਆ, ਕੋਈ ਕਹਿੰਦਾ ਮੈਂ ਬੈਪਟਿਸਟ ਆ। ਵੱਖ-ਵੱਖ ਤਰ੍ਹਾਂ ਦੀਆਂ ਪੂਲੀਆਂ ਏ। ਹਾਲੇਲੂਇਆ। ਇਹ ਗੱਲ ਸਮਝ ਆ ਗਈ ਹੁਣ? ਕਿਉਂਕਿ ਵੱਖ-ਵੱਖ ਤਰ੍ਹਾਂ ਦੀਆਂ ਪਹਿਲਾਂ ਪੂਲੀਆਂ ਬੰਨ ਦਿੱਤੀਆਂ ਗਈਆਂ ਆ। ਹੁਣ ਕਣਕ ਨੂੰ ਭਰੋਲਿਆਂ 'ਚ ਜਮ੍ਹਾਂ ਕਰਨ ਦੀ ਲੋੜ ਆ। ਹਾਲੇਲੂਇਆ। ਇਸ ਲਈ ਉਹਨੇ ਕਿਹਾ ਕਿ ਮੈਂ ਪਹਿਲਾਂ ਉਹਨਾਂ ਦੀਆਂ ਪੂਲੀਆਂ ਬੰਨਾਂਗਾ, ਔਰ ਫੇਰ ਕਹਿੰਦਾ ਮੈਂ ਜਿਹੜੇ ਦਾਣੇ ਹੋਣਗੇ ਉਹਨਾਂ ਨੂੰ ਕੀ ਕਰ ਲਵਾਂਗਾ? ਆਪਣੇ ਭੜੋਲੇ ਦੇ ਵਿੱਚ ਜਮ੍ਹਾਂ ਕਰ ਲਵਾਂਗਾ। ਔਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਕਦੀ ਵੀ ਤੁਹਾਡੀ ਕਿਸੇ ਗੱਲ ਦੇ ਨਾਲ ਸਹਿਮਤ ਨਹੀਂ ਹੋ ਸਕਦੇ। ਸੱਚ ਹੈ। ਹਾਂ, ਇਹਨਾਂ ਪੂਲੀਆਂ ਦੇ ਵਿੱਚ ਕੁਝ ਜਿੱਦਾਂ ਲੋਕ ਹਾਲੇ ਵੀ ਬਾਹਰ ਆ ਰਹੇ ਆ, ਉਹ ਆ ਰਿਹਾ ਜਿਹੜਾ ਚੁਣਿਆ ਹੋਇਆ ਬੀਜ ਆ। ਜਿਹੜਾ ਚੁਣਿਆ ਹੋਇਆ ਬੀਜ ਆ, ਇਹਨਾਂ ਪੂਲੀਆਂ ਦੇ ਵਿੱਚੋਂ ਦੀ ਬਾਹਰ ਆ ਜਾਂਦਾ ਆ। ਕਹਿੰਦਾ ਕਿ ਨਹੀਂ, ਮੇਰੀ ਇਹ ਪਛਾਣ ਨਹੀਂ ਗਈ, ਮੈਂ ਇਹਨਾਂ ਪੂਲੀਆਂ 'ਚ ਬੰਨਣ ਦੇ ਲਈ ਨਹੀਂ ਆ, ਮੈਂ ਤਾਂ ਉਹਦੇ ਭੜੋਲੇ 'ਚ ਜਾਣ ਦੇ ਲਈ ਆ। ਕਿਉਂਕਿ ਮੇਰਾ ਸੁਭਾਅ, ਮੇਰੀਆਂ ਆਦਤਾਂ, ਇਹ ਸਭ ਕੁਝ ਬਿਆਨ ਕਰਦੀਆਂ ਆ ਕਿ ਮੈਂ ਇਸ ਜਗ੍ਹਾ ਤੇ ਆਉਣਾ ਆ। ਹਾਲੇਲੂਇਆ। ਹੁਣ ਜਿੱਦਾਂ ਆਪਾਂ ਦੇਖਦੇ ਆ ਕਿ ਮਤੀ ਦੀ 13 ਅਧਿਆਇ 'ਚ ਆ ਕਿ ਇੱਕ ਜਾਲ ਸੁੱਟਿਆ ਗਿਆ, ਹਨਾ। ਉਹ ਜਗ੍ਹਾ ਦੇ ਸਾਰੇ ਮੱਛ-ਕੱਛ, ਸਮੁੰਦਰ ਦੇ ਸਾਰੇ ਮੱਛ-ਕੱਛ ਕੀ ਲਿਆ? ਉਹ ਜਾਲ 'ਚ ਲੈ ਆਇਆ। ਪਰ ਜਿਹੜੀਆਂ ਖਰੀਆਂ ਸੀਗੀਆਂ, ਉਹਨਾਂ ਖਰੀਆਂ ਨੂੰ ਉਹਨੇ ਆਪਣੇ
ਭਾਂਡੇ ਦੇ ਵਿੱਚ ਜਮ੍ਹਾਂ ਕਰ ਲਿਆ। ਆਮੀਨ ਹਾਲੇਲੂਇਆ ਹਾਲੇਲੂਇਆ। ਹੁਣ ਗੀਤ ਗਾਉਂਦੇ ਆ ਕਿ ਆ ਜਾ ਤੂੰ ਕਾਬਾਂ ਵਾਲੀ ਡਾਰ ਦੇ ਨਾਲ ਰਲ ਜਾ, ਆਮੀਨ। ਹਨਾ? ਗੀਤ ਕਿਹੜਾ ਗਾਇਆ ਜਾਂਦਾ ਹੈ? ਆ ਜਾ ਤੂੰ ਬਾਬਾ ਵਾਲੀ ਕਾਰ ਨਾਲ ਆ ਜਾ। ਹੁਣ ਜਿੱਦਾਂ ਆਪਾਂ ਕਹਿ ਰਹੇ ਵੀ ਬੀਜ, ਜੋ ਅਸਲ ਬੀਜ ਆ ਉਹ ਨਿਕਲ ਕੇ ਬਾਹਰ ਆ ਜਾਂਦਾ ਆ। ਜਿੱਦਾਂ ਪ੍ਰਭੂ ਦੀ ਕਿਰਪਾ ਨਾਲ ਭਾਈ ਰਾਜੂ ਔਰ ਕੈਥਲਕ ਚੋਂ ਨਿਕਲ ਕੇ ਆਏ ਆ, ਹਨਾ? ਭਾਈ ਰਿੰਕੂ ਆ, ਭਾਈ ਮੋਨੂ ਆ, ਔਰ ਇਸੇ ਤਰ੍ਹਾਂ ਆਪਾਂ ਵੀ ਵੱਖ-ਵੱਖ ਤਰ੍ਹਾਂ ਦੇ ਸੁਭਾਵਾਂ ਨੂੰ ਪ੍ਰਾਪਤ ਕਰ ਚੁੱਕੇ ਸੀ, ਹਨਾ? ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਆਪਾਂ ਬਾਹਰ ਨਿਕਲ ਕੇ ਆ ਗਏ, ਹਨਾ? ਕਿਉਂਕਿ ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਕੁਝ ਸਦਮਿਆਂ ਦੇ ਨਾਲ ਇਦਾਂ ਹੋਇਆ ਕਿ ਅਸੀਂ ਗਲਤ ਸੁਭਾਅ ਪ੍ਰਾਪਤ ਕਰ ਚੁੱਕੇ ਸੀ। ਅਸੀਂ ਆਪਣੀ ਯਾਦਾਸ਼ਤ ਭੁੱਲ ਚੁੱਕੇ ਸੀ ਕਿ ਅਸੀਂ ਕਿੱਥੋਂ ਆਏ ਹਾਂ, ਅਸੀਂ ਕਿੱਧਰ ਦੇ ਲੋਕ ਹਾਂ, ਹਨਾ? ਹਾਲੇਲੂਇਆ ਹਾਲੇਲੂਇਆ। ਹੁਣ ਸਾਨੂੰ ਪਤਾ ਲੱਗਾ ਕਿ ਜਿੱਦਾਂ ਹੁਣ ਕੋਈ ਇੱਲ ਉਧਰੋਂ ਨਿਕਲ ਕੇ ਜਾਂ ਕੋਈ ਚੂਜਾ ਨਿਕਲ ਕੇ ਆ ਜਾਵੇ ਤੇ ਕਵੇ ਮੈਂ ਵੀ ਅਸਲ ਬੀਜ ਹਾਂ, ਮੈਂ ਵੀ ਕਣਕ ਹਾਂ, ਮੈਂ ਵੀ ਉਕਾਬ ਹਾਂ, ਕਿਉਂਕਿ ਵੇਖੋ ਮੈਂ ਉਕਾਬਾਂ ਵਾਲੀ ਡਾਰ ਦੇ ਵਿੱਚ ਆ ਕੇ ਰਲ ਗਿਆ, ਹੈਨਾ? ਹੁਣ ਕੋਈ ਚੂਜਾ ਜਾਂ ਕੋਈ ਕਾਂ ਆ ਕੇ ਕਵੇ ਕਿ ਮੈਂ ਉਕਾਬ ਹਾਂ, ਕੀ ਉਹ ਕਹਿਣ ਦੇ ਨਾਲ ਉਕਾਬ ਬਣ ਸਕਦਾ? ਜਾਂ ਇੱਥੋਂ ਤੱਕ ਕਿ ਡਾਰ ਦੇ ਵਿੱਚ ਰਲਣ ਦੇ ਨਾਲ ਉਕਾਬ ਨਹੀਂ ਬਣਨਾ। ਉਹਨੂੰ ਉਕਾਬ ਦੀ ਕੋਈ ਕੁਆਲਿਟੀ ਆ। ਉਕਾਬ ਦੀ ਕੀ ਆ? ਕੁਆਲਿਟੀ ਆ। ਕੀ ਗੱਲ ਹੈ? ਉਕਾਬ ਦੀ ਕੋਈ ਪਹਿਚਾਣ ਆ, ਉਹਦਾ ਕੋਈ ਕਰੈਕਟਰ ਆ ਜੀ। ਹਾਲੇਲੂਇਆ। ਉਸੇ ਤਰ੍ਹਾਂ ਕਣਕ ਦੀ ਕੋਈ ਪਹਿਚਾਣ ਆ। ਆਮੀਨ। ਔਰ ਇੱਥੋਂ ਤੱਕ ਕਿ ਐਦਾ ਲਿਖਿਆ ਕਿ ਮੇਰੀ ਭੇਡ ਮੇਰੀ ਆਵਾਜ਼ ਨੂੰ ਕੀ ਕਰਦੀ ਆ? ਪਛਾਣਦੀ ਆ। ਹਾਲੇਲੂਇਆ। ਇਹ ਨਹੀਂ ਕਿ ਮੇਰੀ ਆਵਾਜ਼ ਸੁਣੀ ਤੇ ਜਿਹੜੀ ਬੱਕਰੀ ਸੀ ਉਹ ਵੀ ਭੇਡ ਬਣ ਗਈ। ਕਦੀ ਐਦਾ ਸੁਣਿਆ ਕਿ ਪ੍ਰਚਾਰ ਸੁਣਨ ਦੇ ਨਾਲ ਮੈਂ ਬੱਕਰੀ ਸੀ ਪਰ ਮੈਂ ਹੁਣ ਭੇਡ ਬਣ ਗਿਆ? ਨਹੀਂ। ਕਿਤੇ ਬਾਈਬਲ ਚ ਐਦਾਂ ਵੀ ਨਸਲਾਂ ਨੂੰ ਪ੍ਰਚਾਰ ਨੇ ਅਲੱਗ ਕਰ ਦਿੱਤਾ? ਨਹੀਂ, ਇਦਾਂ ਨਹੀਂ ਕਿਤੇ ਵੀ ਹੈਗਾ। ਜੋ ਭੇਡ ਆ ਉਹ ਭੇਡ ਹੀ ਆ, ਜੋ ਬੱਕਰੀ ਆ ਬੱਕਰੀ ਹੀ ਰਹੇਗੀ। ਆਮੀਨ। ਹਾਲੇਲੂਇਆ। ਕਿਉਂਕਿ ਉਹਦੇ ਕੰਮ ਪ੍ਰਗਟ ਕਰ ਦੇਣਗੇ, ਉਹਦੇ ਫਲ ਪ੍ਰਗਟ ਕਰ ਦੇਣਗੇ ਕਿ ਇਹ ਅਸਲ ਭੇਡ ਨਹੀਂ ਆ, ਇਹ ਜੰਗਲੀ ਬੂਟੀ ਭਾਵ ਛਿਲਕਾਈ ਆ। ਇਸੇ ਲਈ ਥਾਂ ਥਾਂ ਉੱਡਦਾ ਫਿਰਦਾ, ਹਿਲਦਾ ਫਿਰਦਾ ਆ। ਜਿਹਦਾ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਉਸ ਯਰਦਨ ਤੇ ਕੀ ਦੇਖਣ ਗਏ ਸੀ? ਇੱਕ ਕਾਨੇ ਨੂੰ ਜਿਹੜਾ ਹਵਾ ਦੇ ਨਾਲ ਕਦੀ ਇੱਧਰ ਝੂਲ ਰਿਹਾ ਆ। ਨਹੀਂ, ਉਹ ਏਦਾਂ ਦਾ ਬੰਦਾ ਨਹੀਂ ਆ, ਉਹ ਥੰਮ ਆ, ਥੰਮ। ਆਮੀਨ। ਹਾਲੇਲੂਇਆ ਹਾਲੇਲੂਇਆ। ਔਰ ਕਹਿੰਦਾ ਉਸ ਤੋਂ ਵੱਡਾ, ਉਹ ਤਾਰੀਫ ਕਰਦਾ, ਕਹਿੰਦਾ ਉਸ ਤੋਂ ਵੱਡਾ ਕੋਈ ਵੀ ਨਬੀ ਨਹੀਂ, ਨਾ ਤਾਂ ਹੋਇਆ ਤੇ ਨਾ ਹੀ ਹੋਣਾ ਆ, ਕਿਉਂਕਿ ਉਹ ਸਭ ਤੋਂ ਕਹਿੰਦਾ ਵੀ ਵੱਡਾ ਆ। ਆਮੀਨ। ਹਾਲੇਲੂਇਆ। ਹੁਣ ਸਾਨੂੰ ਪਤਾ ਲੱਗਾ ਕਿ ਚੂਚਾ ਕਦੀ ਵੀ ਉਕਾਬਾਂ ਦੇ ਨਾਲ ਰਲ ਕੇ ਉਕਾਬ ਨਹੀਂ ਬਣ ਸਕਦਾ। ਸੱਚਾ। ਕਿਉਂਕਿ ਉਹ ਕਿਤੇ ਨਾ ਕਿਤੇ ਫਿੱਕਾ ਪੈ ਜਾਣਾ ਆ, ਕਿਤੇ ਨਾ ਕਿਤੇ ਉਹਨੇ ਅਧੂਰਾ ਰਹਿ ਜਾਣਾ ਆ। ਆਮੀਨ। ਸੱਚਾ। ਕਿੰਨੇ ਨੂੰ ਗੱਲ ਸਮਝ ਆ ਰਹੀ ਹੈ? ਆਮੀਨ। ਕਿੱਦਾਂ ਅਧੂਰਾ ਰਹਿ ਜਾਣਾ ਆ? ਕਿਉਂਕਿ ਪ੍ਰਗਟ ਹੋ ਜਾਣਾ ਆ ਕਿ ਇਹ ਤਾਂ ਚੂਜਾ ਆ। ਸੱਚ। ਹੁਣ ਜਦੋਂ ਤੁਹਾਨੂੰ ਪਤਾ ਆ ਕਿ ਜਦੋਂ ਉਹ ਜਾਲ ਸੁੱਟਿਆ ਗਿਆ ਤੇ ਕੁਝ ਖਰੀਆਂ ਨੂੰ ਭਾਂਡੇ 'ਚ ਪਾ ਲਿਆ ਗਿਆ, ਪਰ ਕੁਝ ਜਿੱਦਾਂ ਨਬੀ ਨੇ ਕਿਹਾ ਕਿ ਉੱਡਣੇ ਸੱਪ, ਕਾਲੇ ਨਾਗ, ਬਿੱਛੂ, ਠੂਵੇਂ, ਇਦਾਂ ਦੀਆਂ ਜਿਹੜੀਆਂ ਖਰੀਆਂ ਨਹੀਂ ਸੀਗੀਆਂ ਨਾ, ਉਹਨਾਂ ਨੂੰ ਫਿਰ ਤੋਂ ਜਗਤ 'ਚ ਛੱਡ ਦਿੱਤਾ ਗਿਆ। ਕਦੇ ਦੇਖਿਆ ਕਿ ਉਹਨਾਂ ਦੇ ਉੱਤੇ ਨਬੀ ਨੇ ਕਿਹਾ ਦੁਆ ਕੀਤੀ ਗਈ ਕਿ ਭਾਵੇਂ ਇਹ ਉੱਡਣਾ ਸੱਪ ਹੀ ਆ, ਪਰ ਪ੍ਰਭੂ ਸਾਡੀ ਦੁਆ ਨੂੰ ਸੁਣ, ਇਹਨੂੰ ਖਰੀ ਬਣਾ ਦੇ? ਨਹੀਂ, ਪ੍ਰਭੂ ਆਪਣਿਆਂ ਨੂੰ ਜਾਣਦਾ ਆ। ਆਮੀਨ। ਜਿਹੜੇ ਉਹਦੇ ਆਪਣੇ ਆ ਉਹਨਾਂ ਨੂੰ ਇੱਕ ਸਹੀ ਮਸਾ ਚਾਹੀਦਾ ਆ, ਸਹੀ ਸੰਦੇਸ਼ ਚਾਹੀਦਾ ਆ, ਸਹੀ ਮਾਹੌਲ ਵਾਤਾਵਰਨ ਚਾਹੀਦਾ ਆ। ਪ੍ਰਗਟ ਹੋ ਜਾਂਦਾ ਹੈ ਕਿ ਇਹ ਤਾਂ ਖਰਾ ਆ, ਇਹ ਤਾਂ ਵਧੀਆ ਸੀ, ਇਹ ਤਾਂ ਸ਼ੁਰੂ ਤੋਂ ਹੀ ਵਧੀਆ ਸੀਗਾ। ਸ਼ੈਤਾਨ ਨੇ ਕੁਝ ਸਮੇਂ ਦੇ ਹਾਲਾਤਾਂ ਦੇ ਨਾਲ ਇਹਨੂੰ ਬੁਰਾ ਬਣਾ ਦਿੱਤਾ, ਪਰ ਦੇਖੋ ਅੱਜ ਸਹੀ ਮਾਹੌਲ 'ਚ ਆ ਗਿਆ, ਇਹ ਬਿਲਕੁਲ ਵਧੀਆ ਬਣ ਗਿਆ, ਹੈ ਨਾ? ਪਰ ਜਿਹੜਾ ਚੂਜਾ ਆ, ਜਿਹੜਾ ਕਣਕ ਨਹੀਂ ਗਾ, ਜਿਹੜਾ ਉਕਾਬ ਨਹੀਂ ਗਾ,
ਉਹ ਜਿੰਨਾ ਮਰਜ਼ੀ ਵਧੀਆ ਵਾਤਾਵਰਨ ਪ੍ਰਾਪਤ ਕਰ ਲੇ, ਜਿੰਨਾ ਮਰਜ਼ੀ ਵਧੀਆ ਸੰਦੇਸ਼ ਸੁਣ ਲੇ, ਉਹ ਕਦੀ ਬਚਨ ਦੇ ਉੱਤੇ ਆਮੀਨ ਨਹੀਂ ਕਰ ਸਕਦਾ। ਸੱਚ ਹੈ, ਉਹ ਕਦੀ ਬਚਨ ਦੇ ਉੱਤੇ ਫਲ ਨਹੀਂ ਲਿਆ ਸਕਦਾ। ਸੱਚ ਹੈ, ਕਿਹਨਾਂ ਨੂੰ ਗੱਲ ਸਮਝ ਆ ਰਹੀ ਹੈ? फल कौन ले आएगा? उकाब ले आएगा। आमीन। फल कौन ले आएगा? सही है। कणक लेके अच्छा आएगी, बीज है, क्योंकि ओदे अंदर गुणिया, ओदे अंदर की आ कौन है? गुणिया कि ओ वधिया फल लेके आवेगा, वो वधिया बीज लेके आएगा। सच। जिदा हम देखो कि नबी ने क्या, नबी इसे तरह नाल कुदरत दा ਜਿਹੜੀ ਕੁਦਰਤ ਆਸ-ਪਾਸ ਸਾਨੂੰ ਨਜ਼ਰ ਆਉਂਦੀ ਹੈ, ਕੁਦਰਤ ਨੂੰ ਕਹਿੰਦਾ ਸੀਗਾ ਕਿ ਆਤਮਿਕ ਜਿਹੜੀ ਕੁਦਰਤ ਆ ਉਹ ਆਤਮਿਕ ਜਿਹੜਾ ਵਾਤਾਵਰਨ ਹੈ ਉਹਦਾ ਪਰਛਾਵਾਂ ਆ। सच। हालेलुया, हालेलुया। ਜਿਹੜੀ ਕੁਦਰਤ ਆ, ਨਬੀ ਨੇ ਕਿਹਾ ਕਿ ਇਹ ਆਤਮਿਕ ਵਾਤਾਵਰਨ ਦਾ ਪਰਛਾਵਾਂ ਆ, सच है भाई, आमीन। ਕਿਉਂਕਿ ਆਤਮਿਕ ਅਸਲ ਆ ਤੇ ਇਹ ਉਸ ਅਸਲ ਦੀ ਕੀ ਆ, ਨਕਲ ਆ। ਔਰ ਜਿੱਦਾਂ ਉਹਨੇ ਇਹਨਾਂ ਚੀਜ਼ਾਂ ਨੂੰ ਆਤਮਿਕ ਤਰੀਕੇ ਦੇ ਨਾਲ ਮਿਲਾਇਆ, ਪ੍ਰਭੂ ਯਿਸੂ ਮਸੀਹ ਵੀ ਇਹ ਜਗ੍ਹਾ ਤੇ ਕੋਈ ਐਗਰੀਕਲਚਰ ਨਹੀਂ ਸਮਝਾ ਰਿਹਾ ਉਹਨਾਂ ਨੂੰ, सच है। ਖੇਤੀਬਾੜੀ ਦਾ ਨਿਯਮ ਨਹੀਂ ਸਮਝਾ ਰਿਹਾ ਕਿ ਵਧੀਆ ਫਸਲ ਤੁਸੀਂ ਕਿੱਦਾਂ ਪ੍ਰਾਪਤ ਕਰਨੀ ਆ, ਜਾਂ ਵਧੀਆ ਕਿਸਾਨ ਤੁਸੀਂ ਕਿੱਦਾਂ ਬਣ ਸਕਦੇ ਹੋ, ਜ਼ਿਆਦਾ ਪ੍ਰੋਫਿਟ ਖੱਟ ਸਕਦੇ ਹੋ। ਇਦਾਂ ਦੇ ਪ੍ਰੋਫਿਟ ਨਹੀਂ ਉਹ ਸਮਝਾ ਰਿਹਾ। ਉਹ ਦੱਸਣਾ ਚਾਹੁੰਦਾ ਆ ਕਿ ਮੇਰੇ ਬੱਚਿਆਂ ਦੀ ਕੀ ਪਛਾਣ ਰਵੇਗੀ, ਮੇਰੇ ਲੋਕਾਂ ਦੀ ਕੀ ਪਛਾਣ ਆ। ਔਰ ਸ਼ੈਤਾਨੀ ਲੋਕ ਜਿਹੜੇ ਸ਼ੈਤਾਨ ਦੀ ਨਸਲ ਆ, ਸ਼ੈਤਾਨ ਦੇ ਬੱਚੇ ਆ, ਉਹਨਾਂ ਦੀ ਕੀ ਪਛਾਣ ਆ। ਸੋ ਇਹ ਗੱਲ ਉਸ ਜਗ੍ਹਾ ਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ 'ਚ ਆ, ਪਰ ਇਹ ਗੱਲ ਨੂੰ ਉਹ ਬੁਝਾਰਤ 'ਚ ਕਰਨਾ ਚਾਹੁੰਦਾ ਆ। ਇਸ ਗੱਲ ਨੂੰ ਉਹ ਵਿਸਤਾਰ ਦੇ ਵਿੱਚ ਕਰਨਾ ਚਾਹੁੰਦਾ ਆ ਕਿ ਕੁਝ ਲੋਕ ਆ ਜਿਹੜੇ ਸ਼ੈਤਾਨੀ ਸੰਦੇਸ਼ ਸੁਣ ਆ ਗਏ ਪਰ ਉਹ ਸਮਝ ਨਾ ਸਕਣ ਕਿ ਅਸਲ 'ਚ ਗੱਲ ਕਿਹਨਾਂ ਨੂੰ ਕਿਹਾ ਗਿਆ, ਕਿਉਂ ਇਹ ਗੱਲ ਕੀਤੀ ਗਈ ਆ। ਹਾਲੇਲੂਇਆ, हालेलुया। ਔਰ ਸੱਚਮੁੱਚ ਤੁਹਾਨੂੰ ਪਤਾ ਆ ਕਿ ਜਿੱਦਾਂ ਫਲ ਪ੍ਰਗਟ ਕਰ ਦਿੰਦੇ ਆ, ਔਰ ਇਹ ਕੁਦਰਤ ਜਿਹੜੀ ਆ ਉਹ ਆਤਮਿਕ ਵਾਤਾਵਰਨ ਦਾ ਪਰਛਾਵਾਂ ਆ, ਹਨਾ। ਔਰ ਇਹ ਆਤਮਿਕ ਦਾ ਪਰਛਾਵਾਂ ਆ। ਏਦਾਂ ਨਾ ਕੋਸ਼ਿਸ਼, ਚਲੋ ਅੱਜ ਹੀ ਆਏ ਹਨਾ, ਵੀ ਹਿਲ ਜੁਲ ਦੇ ਨਾਲ ਨਾ ਏਦਾਂ ਗੱਲ ਬਣਦੀ ਜੀ ਨਹੀਂ ਆ, ਹਨਾ। ਔਰ ਜਿਹੜੀ ਇੱਕ ਚੀਜ਼ ਉੱਭਰ ਕੇ ਆਉਣੀ ਹੁੰਦੀ ਨਾ ਉਹ ਨਿਕਲ ਕੇ ਨਹੀਂ ਆਉਂਦੀ, ਤੇ ਏਦਾਂ ਹਿਲ ਜੁਲ ਜੀ ਘੱਟ ਕੀਤੀ ਜਾਵੇ ਤਾਂ ਵਧੀਆ ਆ, ਹਨਾ। ਔਰ ਜ਼ਿਆਦਾ ਏਦਾਂ ਆਪਾਂ ਪ੍ਰਭੂ ਦੇ ਵਚਨ ਨੂੰ ਅਹਿਮੀਅਤ ਦੇਣੀ ਆ, ਹਨਾ। ਹਾਲੇਲੂਇਆ, हालेलुया। ਹੁਣ ਜਿੱਦਾਂ ਨਬੀ ਨੇ ਕਿਹਾ ਕਿ ਜਿਹੜੀ ਕੁਦਰਤ ਆ ਇਹ ਆਤਮਿਕ ਚੀਜ਼ਾਂ ਦਾ ਪਰਛਾਵਾਂ ਆ, ਹਨਾ। ਔਰ ਜਦੋਂ ਇਹ ਸਾਰੀਆਂ ਚੀਜ਼ਾਂ ਆਤਮਿਕ ਚੀਜ਼ਾਂ ਦਾ ਪਰਛਾਵਾਂ ਆ, ਔਰ ਸ਼ੈਤਾਨ ਨੇ ਕੀ ਕੀਤਾ, ਇਸ ਕੁਦਰਤ ਦੇ ਵਿੱਚ ਕੁਝ ਵਿਗਾੜ ਕਰਨ ਦੀ ਕੋਸ਼ਿਸ਼ ਕੀਤੀ, सच है। ਕੁਝ ਬੀਜਾਂ ਦੇ ਵਿੱਚ ਮਿਲਾਵਟ ਕਰਨ ਦੀ ਕੋਸ਼ਿਸ਼ ਕੀਤੀ, ਹਨਾ। ਔਰ ਮਿਲਾਵਟ ਦੇ ਕਾਰਨ ਅੱਜ ਇਹ ਸਭ ਕੁਝ ਹੋਇਆ ਆ। ਪਰ ਉਹਦੇ ਬੀਜਾਂ ਦੀ ਕੋਈ ਪਛਾਣ ਆ, ਨਹੀਂ ਗੱਲ ਕਰੋ ਚਾਹਤੇ, ਉਹਦੇ ਬੀਜਾਂ ਦਾ ਕੋਈ ਕਰੈਕਟਰ ਆ, ਉਕਾਬ ਦਾ ਕੁਝ ਕਰੈਕਟਰ ਆ। ਉਕਾਬ ਕਿਉਂ ਵਾਰ-ਵਾਰ ਆਉਂਦਾ ਹੈ ਬਾਈਬਲ ਦੇ ਵਿੱਚ ਕਿ ਅਸੀਂ ਉਕਾਬ ਦੇ ਯੁੱਗ 'ਚ ਰਹਿ ਰਹੇ ਹਾਂ, ਅਸੀਂ ਉਕਾਬ ਆ, ਅਸੀਂ ਐਦਾਂ ਦਾ ਕਰਕੇ ਆ। ਹੁਣ ਹਰੇਕ ਕੋਈ ਕਹੀ ਜਾਏ ਕਿ ਮੈਂ ਉਕਾਬ ਆ, ਮੈਂ ਉਕਾਬ ਆ, ਹਨਾ, ਤੇ ਕਹਿੰਦਾ ਉਹਨੂੰ ਆਓ ਉੱਥੇ ਛੱਡ ਕੇ ਦੇਖੋ ਉੱਚੀਆਂ ਹਵਾਵਾਂ 'ਚ, ਜਿਸ ਜਗ੍ਹਾ ਤੇ ਹਵਾ ਦਾ ਬੜਾ ਜ਼ਿਆਦਾ ਪ੍ਰੈਸ਼ਰ ਆ, सच है। ਕਹਿੰਦਾ ਤੇ ਖੰਭ ਚੜ ਜਾਣੇ ਆ। ਉਹਨੇ ਕਹਿੰਦਾ ਬੌਂਦਲ ਜਾਣਾ ਆ ਕਿ ਮੈਂ ਫਿਰਦਾ ਕਿੱਥੇ ਆ। आमीन। ਔਰ ਇੱਥੋਂ ਤੱਕ ਕਿ ਉਕਾਬ ਬਹੁਤ ਉੱਚਾ ਉੱਡਦਾ ਆ, आमीन। ਔਰ ਕਹਿੰਦੇ ਜਿੰਨਾ ਉੱਚਾ ਉੱਡਦਾ ਆ ਓਨਾ ਹੀ ਜਦੋਂ ਹੀਠਾਂ ਨੂੰ ਦੇਖਦਾ ਆ, सच। ਉਹ ਕਹਿੰਦੇ ਕੀੜੀ ਤੱਕ ਨੂੰ ਦੇਖ ਸਕਦਾ ਆ। ਐਨੀ ਉਹਦੀ ਨਿਗਾਹ ਤੇਜ਼ ਆ, आमीन। ਕਿਉਂਕਿ ਪਹਿਚਾਨਦਾ ਆ ਕਿ ਮੈਂ ਕਿੱਥੋਂ ਕਿੰਨੀ ਉਚਾਈ ਤੇ ਆ, ਉਹ ਪਛਾਣ ਸਕਦਾ ਆ। सच। ਪਰ ਕਹਿੰਦਾ ਜੇ ਉਕਾਬ ਤੋਂ ਲਹਿਦਾ ਕੋਈ ਬੰਦਾ ਇੰਨੀ ਉੱਚੀ ਚਲਾ ਗਿਆ, ਉਹ ਭੁੱਲ ਜਾਏਗਾ ਕਿ ਮੈਂ ਕਿੱਥੇ ਫਿਰਦਾ ਆ।
ਐਵੇਂ ਹੀ ਟਕਰਾਉਂਦਾ ਫਿਰੇਗਾ ਹਵਾ ਦੇ ਵਿੱਚ, ਕਿਉਂਕਿ ਭੁੱਲ ਜਾਏਗਾ। ਔਰ ਇਸੇ ਤਰੀਕੇ ਦੇ ਨਾਲ ਉਕਾਬ ਦੀ ਕੋਈ ਪਹਿਚਾਣ ਆ, ਉਕਾਬ ਦੀ ਕੋਈ ਪਹਿਚਾਣ ਆ, ਭੇਡ ਦੀ ਕੋਈ ਪਹਿਚਾਣ ਆ, ਬੱਕਰੀ ਦੀ ਕੋਈ ਪਹਿਚਾਣ ਨਹੀਂ ਆ ਪ੍ਰਭੂ ਦੀ ਨਿਗਾਹ 'ਚ, ਕਿਉਂਕਿ ਉਕਾਬ ਦੇ ਅੰਦਰ ਕੋਈ ਕਰੈਕਟਰ ਆ ਜਿਹਦਾ ਦੇਖਿਆ ਜਾਏ ਕਿ ਜਿੱਦਾਂ ਤੁਸੀਂ ਸਭ ਜਾਣਦੇ ਹੋ, ਜਿੱਦਾਂ ਇੱਕ ਗਧਾ ਆ, ਹੈਨਾ, ਇੱਕ ਗਧਾ ਆ, ਉਹ ਨਸਲ ਹੈ ਇੱਕ, ਹੈਨਾ, ਔਰ ਇੱਕ ਜਿੱਦਾਂ ਘੋੜਾ ਆ, ਉਹ ਵੀ ਇੱਕ ਨਸਲ ਹੈ, ਉਹ ਵੀ ਇੱਕ ਨਸਲ ਆ। ਔਰ ਜਦੋਂ ਅਸੀਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ ਕੋਈ ਛੁਟਕਾਰੇ ਦੇ ਨਿਯਮ ਨੂੰ, ਤੇ ਉਹ ਜਗ੍ਹਾ ਤੇ ਲਿਖਿਆ ਹੈ ਗਧੇ ਦਾ ਛੁਟਕਾਰਾ ਹੋ ਸਕਦਾ ਆ, ਘੋੜੇ ਦਾ ਛੁਟਕਾਰਾ ਵੀ ਹੋ ਸਕਦਾ ਆ, ਪਰ ਖੱਚਰ ਦਾ ਕੋਈ ਛੁਟਕਾਰਾ ਨਹੀਂ। ਸੱਚ ਹੈ। ਕਿਉਂ ਭਲਾ? ਬੀਜ ਨਹੀਂ ਵੰਸ਼ ਨਹੀਂ। ਉਹਦੀ ਕੋਈ ਪਹਿਚਾਣ ਨਹੀਂ ਹੈ ਉਹਦੀ ਨਿਗਾਹ 'ਚ, ਆਮੀਨ। ਕਿਉਂਕਿ ਖੱਚਰ ਅਸਲੀ ਨਸਲ ਨਹੀਂ ਆ, ਸੱਚ ਹੈ। ਇਹ ਪਿਓਂਦ ਕੀਤੀ ਗਈ ਆ, ਇਹ ਮਿਲਾਵਟ ਦੀ ਨਸਲ ਆ। ਔਰ ਇਹ ਠੀਕ ਆ ਕਿ ਕੰਮ ਬਹੁਤ ਜ਼ਿਆਦਾ ਕਰ ਸਕਦਾ ਆ, ਇਹਦੇ 'ਚ ਬਹੁਤ ਜ਼ਿਆਦਾ ਜਾਨ ਆ, ਬਹੁਤ ਭਾਰ ਚੱਕ ਸਕਦਾ ਆ, ਤਾਕਤ ਹੈਗੀ ਆ, ਬਹੁਤ ਵਧੀਆ ਦੇਖਣ 'ਚ ਬਹੁਤ ਸੋਹਣਾ ਲੱਗਦਾ ਹੋਏਗਾ, ਲੰਗਾ ਮਾਰ ਸਕਦਾ ਵਾ, ਪਰ ਇਹਦਾ ਛੁਟਕਾਰਾ ਨਹੀਂ ਆ। ਸੱਚ ਹੈ। ਆਮੀਨ। ਉਸੇ ਤਰੀਕੇ ਦੇ ਨਾਲ ਕੁਝ ਭੈਣ ਭਰਾ ਚਰਚਾਂ ਦੇ ਵਿੱਚ ਆ ਗਏ, ਮਸੀਹ 'ਚ ਆ ਗਏ, ਪਰ ਉਹ ਪਿਓਂਦ ਕੀਤੇ ਹੋਏ ਭੈਣ ਭਰਾ ਆ। ਸ਼ੈਤਾਨ ਨੇ ਉਹਨਾਂ ਨੂੰ ਖੱਚਰ ਵਿਦਿਆ ਦੇ ਨਾਲ, ਬਚਨ ਦੇ ਨਾਲ ਸਹਿਮਤ ਕਰਾਉਣ ਦੇ ਵਿੱਚ ਲੈ ਆਇਆ, ਪਰ ਉਹ ਕਦੀ ਉਸ ਰਾਹ ਦੇ ਵਿੱਚ ਨਹੀਂ ਜਾ ਸਕਦੇ। ਪ੍ਰਭੂ ਇਹ ਗੱਲ ਇਸ ਜਗ੍ਹਾ ਤੇ ਸਮਝਾਉਣ ਦੀ ਕੋਸ਼ਿਸ਼ ਆ, ਕੁਝ ਲੋਕ ਜਿਹੜੇ ਸ਼ੈਤਾਨੀ ਆ ਉਹ ਕਦੀ ਉੱਥੋਂ ਤੱਕ ਜਾ ਨਹੀਂ ਸਕਦੇ। ਹੁਣ ਇੱਕ ਹੋਰ ਗੱਲ ਆ, ਗਧਾ ਹੋਰ ਆਪਣੇ ਵਰਗੇ ਗਧਿਆਂ ਨੂੰ ਪੈਦਾ ਕਰ ਸਕਦਾ ਆ। ਸੱਚ ਹੈ। ਆਮੀਨ। ਖੋਤਾ ਹੋਰ ਆਪਣੇ ਵਰਗੇ ਖੋਤਿਆਂ ਨੂੰ ਪੈਦਾ ਕਰ ਸਕਦਾ ਆ, ਘੋੜਾ ਆਪਣੇ ਵਰਗੇ ਹੋਰ ਘੋੜਿਆਂ ਨੂੰ ਪੈਦਾ ਕਰ ਸਕਦਾ ਆ, ਪਰ ਖੱਚਰ ਨਹੀਂ ਕਰ ਸਕਦਾ। ਸੱਚ ਹੈ। ਖੱਚਰ ਪੈਦਾ ਨਹੀਂ ਕਰ ਸਕਦਾ। ਆਮੀਨ। ਜਿੱਦਾਂ ਹੁਣ ਰੋਸ਼ਨ ਦਾ ਮਸਲੇ ਸੁਣ ਰਿਹਾ, ਕਹਿੰਦਾ ਵੀ ਜਿੱਦਾਂ ਅੱਜ ਕਹਿੰਦਾ ਆਪਾਂ ਖਾਂਦੇ ਆ ਸੰਤਰੇ, ਕਹਿੰਦਾ ਉਹਦੇ 'ਚ ਬੀਜ ਨਿਕਲਦੇ, ਉਹਨਾਂ ਨੂੰ ਕਿਤੇ ਵੀ ਨੱਪ ਕੇ ਦੇਖੋ, ਦੱਬ ਕੇ ਦੇਖੋ ਜ਼ਮੀਨ 'ਚ, ਜਿੰਨਾ ਮਰਜ਼ੀ ਵਧੀਆ ਵਾਤਾਵਰਨ ਉਹਨਾਂ ਨੂੰ ਦੇ ਦਿਓ, ਫਲ ਨਹੀਂ ਲਿਆ ਸਕਦੇ ਹੋ ਕਦੀ, ਉੱਦਾਂ ਦੇ ਉਹਨਾਂ ਨੂੰ ਸੰਤਰੇ ਲੱਗ ਨਹੀਂ ਸਕਦੇ। ਕਿਉਂ ਭਲਾ? ਕਿਉਂਕਿ ਉਹ ਪਿਓਂਦ ਕੀਤੇ ਹੋਏ ਫਰੂਟ ਆ, ਪਿਓਂਦ ਕੀਤਾ ਗਿਆ ਉਹਨਾਂ ਨੂੰ, ਉਹਨਾਂ ਦੇ ਅੰਦਰ ਜੀਵਨ ਨਹੀਂਗਾ ਕਿ ਉਹ ਹੋਰ ਆਪਣੇ ਵਰਗੇ ਫਲ ਲਿਆ ਸਕਣ। ਇਦਾਂ ਉਹਨਾਂ ਦੇ ਅੰਦਰ ਨਹੀਂ, ਉਹ ਉਹਨਾਂ ਦੇ ਅੰਦਰ ਜੀਨਸ ਨਹੀਂ ਆ। ਉਹ ਕਿਹਨਾਂ ਨੇ ਗੱਲ ਸਮਝ ਆਈ ਹੈ? ਜਿੱਦਾਂ ਅੱਜ ਅਸੀਂ ਕੁਝ ਆਂਡੇ ਖਾਂਦੇ ਆ, ਹਨਾ, ਕੌਣ ਆਂਡੇ ਖਾਂਦਾ ਨਾ? ਸਾਰੇ ਆਪਾਂ ਖਾਂਦੇ ਆ, ਹਨਾ, ਹਾਂ, ਅੱਜ ਸਾਰਿਆਂ ਨੇ ਖਾਣੇ, ਧੰਨਵਾਦ। ਹਾਂ, ਆਂਡੇ ਖਾਂਦੇ ਆ ਆਪਾਂ ਜੀ, ਪਰ ਤੁਹਾਨੂੰ ਪਤਾ ਉਹਨਾਂ ਆਂਡਿਆਂ ਨੂੰ ਜਿੰਨੀਆਂ ਮਰਜ਼ੀ ਮੁਰਗੀਆਂ ਦੇ ਥੱਲੇ ਉਸ ਟੈਂਪਰੇਚਰ ਦੇ ਵਿੱਚ, ਉਹਨੇ ਤਾਪਮਾਨ ਦੇ ਥੱਲੇ ਰੱਖ ਦੋ, ਕਦੀ ਚੂਜੇ ਨਹੀਂ ਕੱਢਣਗੇ। ਕਿਉਂ ਭਲਾ? ਕਿਉਂਕਿ ਉਹ ਪਿਓਂਦ ਕੀਤੇ ਗਏ ਆ, ਉਹ ਸਹੀ ਨਸਲ ਨਹੀਂ ਆ, ਉਹ ਸਹੀ ਬੀਜ ਨਹੀਂ ਆ। ਕਿਹਨਾਂ ਨੇ ਗੱਲ ਸਮਝ ਆ ਰਹੀ ਹੈ? ਜਿੱਦਾਂ ਕੁਝ ਮੁਰਗੀਆਂ ਅੱਜ ਵੇਖੋ ਆਪਾਂ ਖਾਂਦੇ ਆ, ਉਹ ਕਦੀ ਹੋਰ ਆਪਣੇ ਵਰਗੀਆਂ ਮੁਰਗੀਆਂ ਪੈਦਾ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦੇ ਅੰਦਰ ਜੀਵਨ ਨਹੀਂ ਆ। ਜੀਵਨ ਕਿਹਦੇ ਅੰਦਰ ਆ? ਅਸਲ ਨਸਲ ਦੇ ਅੰਦਰ, ਆਮੀਨ। ਅਸਲ ਬੀਜ ਦੇ ਅੰਦਰ ਜੀਵਨ ਆ। ਉਹ ਆਪਣੇ ਵਰਗੇ ਹੋਰ ਭੈਣਾਂ ਭਰਾਵਾਂ ਨੂੰ ਚਰਚ 'ਚ ਇਕੱਠੇ ਕਰ ਸਕਦੇ ਆ, ਉਹ ਆਪਣੇ ਪਰਿਵਾਰ ਨੂੰ ਬਦਲ ਸਕਦੇ ਆ, ਉਹ ਐਦਾਂ ਦੇ ਲੋਕਾਂ ਦੇ ਸਾਹਮਣੇ ਜਾ ਕੇ ਆਪਣੀ ਗਵਾਹੀ ਰੱਖ ਸਕਦੇ ਆ। ਕਿਹਨਾਂ ਨੂੰ ਗੱਲ ਸਮਝ ਆ ਰਹੀ ਆ? ਕਿ ਉਹ ਆਪਣੇ ਵਰਗੇ ਹੋਰ ਘੋੜੇ ਲਿਆ ਸਕਦੇ ਆ, ਆਪਣੇ ਵਰਗੇ ਹੋਰ ਭੇਡਾਂ ਲਿਆ ਸਕਦੇ ਆ, ਆਪਣੇ ਵਰਗੀਆਂ ਹੋਰ ਉਕਾਬ ਪੈਦਾ ਕਰ ਸਕਦੇ ਆ, ਕਿਉਂਕਿ ਉਕਾਬ ਦੇ ਅੰਦਰ ਬੀਜ ਆ। ਆਮੀਨ। ਔਰ ਹਰੇਕ ਫਲ ਦੇ ਅੰਦਰ ਬੀਜ ਆ, ਔਰ ਕਈਆਂ ਦੇ ਅੰਦਰ ਡਿਫੈਕਟਿਵ ਬੀਜ ਆ। ਕਈਆਂ ਦੇ ਅੰਦਰ ਕਿਹੜਾ ਬੀਜ ਆ? ਉਹ ਕਦੇ ਪੈਦਾ ਨਹੀਂ ਕਰ ਸਕਦੇ, ਉਹ ਕਦੇ ਹੋਰ ਜਨਰੇਸ਼ਨ ਪੈਦਾ ਨਹੀਂ ਕਰ ਸਕਦੇ, ਕਿਉਂਕਿ ਉਹ ਸਾਰੇ
ਪਿਓਦ ਕੀਤੇ ਗਏ ਆ ਉਹ ਗਲਤ ਆ। ਹਾਲੇਲੂਇਆ। ਔਰ ਇਸੇ ਲਈ ਪ੍ਰਭੂ ਇਦਾਂ ਦੇ ਲੋਕਾਂ ਤੋਂ ਘਿਰਨਾ ਕਰਦਾ ਆ। ਉਹ ਸਦਾ ਇਦਾਂ ਦੇ ਲੋਕਾਂ ਨੂੰ ਅਹਿਮੀਅਤ ਨਹੀਂ ਦੇਣਾ ਚਾਹੁੰਦਾ ਜਿਹੜੇ ਲੋਕਾਂ ਦੇ ਅੰਦਰ ਬੀਜ ਹੀ ਨਹੀਂ ਆ। ਉਹ ਗਵਾਹੀ ਸੁਣ ਕੇ ਹੀ ਆ ਜਾਂਦੇ ਆ, ਕਦੀ ਗਵਾਹੀ ਸੁਣਾ ਨਹੀਂ ਸਕਦੇ ਕਿ ਦੱਸਿਆ ਜਾਏ ਕਿ ਸਾਡੇ ਅੰਦਰ ਕੀ ਆ, ਅਸੀਂ ਕਿਸ ਚੀਜ਼ ਦੇ ਉੱਤੇ ਮਨਨ ਕਰਦੇ ਆ, ਅਸੀਂ ਕਿਸ ਚੀਜ਼ ਨੂੰ ਮੰਨ ਰਹੇ ਆ। ਇਸੇ ਲਈ ਮੈਂ ਥੋੜੀ ਜਿਹੀ ਕੋਸ਼ਿਸ਼ ਕੀਤੀ ਕਿ ਚਲੋ ਬਾਹਰ ਬੰਦਾ ਕਈ ਵਾਰੀ ਝੱਕਦਾ ਆ, ਆਦੇ ਪਰਿਵਾਰਾਂ 'ਚ ਸ਼ੁਰੂ ਕੀਤਾ ਜਾਏ, ਆਦੇ ਪਰਿਵਾਰਾਂ ਦੇ ਸਾਹਮਣੇ ਜਾ ਕੇ ਝੱਕ ਖੋਲਿਆ ਜਾਏ। ਹਨਾ ਭਾਈ ਨੇ ਦੱਸਿਆ ਕਿ ਅਸੀਂ ਕੀਤਾ ਆ ਪਰ ਹਾਸਾ ਨਿਕਲ ਹੀ ਗਿਆ ਆ। ਮੈਂ ਕਿਹਾ ਚਲੋ ਕੋਈ ਨਹੀਂ, ਇੱਕ ਵਾਰੀ ਤੁਸੀਂ ਭੇਜ ਦੇ ਮੈਨੂੰ, ਮੈਂ ਦੱਸਦਾ ਤੁਹਾਨੂੰ ਕਿ ਇੱਕ ਵਾਰੀ ਹਾਸਾ ਨਿਕਲਿਆ, ਦੂਜੀ ਵਾਰੀ ਸਹੀ ਹੋ ਜਾਣਾ ਆ, ਦੂਜੀ ਵਾਰੀ ਨਾ ਸਹੀ ਹੋ, ਤੀਜੀ ਵਾਰੀ ਸਹੀ ਹੋ ਜਾਣਾ ਹੈ। ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਜੋ ਸਾਡੇ ਅੰਦਰ ਆ ਲੋਕਾਂ ਤੱਕ ਲੈ ਕੇ ਜਾਣਾ ਆ, ਆਪਣੇ ਵਰਗੇ ਹੋਰ ਲੋਕਾਂ ਨੂੰ ਪੈਦਾ ਕਰਨਾ ਆ। ਹਾਲੇਲੂਇਆ। ਔਰ ਇਹ ਸਿਰਫ ਪਰਮੇਸ਼ਰ ਦੇ ਬੱਚਿਆਂ ਦੇ ਅੰਦਰ ਆ, ਇਹ ਸਿਰਫ ਉਹਨਾਂ ਦਾਣਿਆਂ ਦੇ ਅੰਦਰ ਹੀ ਆ, ਕਿਉਂਕਿ ਉਹ ਕਦੇ ਡਿਫੈਕਟਿਵ ਪੀਸ ਨਹੀਂ ਆ, ਉਹ ਕਦੇ ਪਿਓਦ ਕੀਤੇ ਹੋਏ ਬੱਚੇ ਨਹੀਂ ਆ, ਉਹ ਅਸਲ ਬੀਜ ਆ, ਉਹ ਅਸਲ ਨਸਲ ਆ। ਹਾਲੇਲੂਇਆ। ਕਿੰਨੇ ਨੂੰ ਗੱਲ ਸਮਝ ਆਈ? ਔਰ ਤੁਹਾਨੂੰ ਪਤਾ ਆ ਕਿ ਜਿਹੜੇ ਪਿਓਦ ਕੀਤੇ ਹੋਏ ਲੋਕ ਆ, ਜਿਹੜੇ ਸਹੀ ਨਹੀਂ ਗਏ, ਪ੍ਰਭੂ ਉਦਾਂ ਦੇ ਲੋਕਾਂ ਤੋਂ ਘਿਰਨਾ ਕਰਦਾ ਆ। ਔਰ ਜਦੋਂ ਅਸੀਂ ਬਵਿਸਥਾ ਸਾਰ ਦੀ ਕਿਤਾਬ ਪੜ੍ਹਦੇ ਹਾਂ, ਉਹਦਾ 23 ਅਧਿਆਏ ਆਓ ਅਸੀਂ ਪੜ੍ਹ ਲੈਂਦੇ ਹਾਂ, ਲਿਖਦੇ ਇੱਕ। ਔਰ ਤੁਹਾਨੂੰ ਯਾਦ ਹੋਣਾ ਆ ਕਿ ਜਦੋਂ ਆਪਾਂ ਰੂਥ ਦੇ ਉੱਤੇ ਪ੍ਰਚਾਰ ਕੀਤਾ ਸੀਗਾ, ਉਦੋਂ ਆਪਾਂ ਇਹ ਲਿਖਤ ਪੜ੍ਹਵਾਈ ਸੀਗੀ। ਆਪਾਂ ਥੋੜੀ ਦੇਰ ਰੂਥ ਦੇ ਉੱਤੇ ਵੀ ਗੱਲ ਕਰਨੀ ਆ। ਪ੍ਰਭੂ ਬਰਕਤ ਦੇ ਤੁਹਾਨੂੰ। ਸਮਾਂ ਮੇਰੇ ਕੋਲ ਹਲੇ ਹੈਗਾ ਅੱਧਾ ਘੰਟਾ। ਹਾਂਜੀ। ਇੱਥੇ ਲਿਖਿਆ ਜਿਹਦੇ ਨਾਲ ਮਿੱਧੇ ਹੋਏ ਹੋਣ ਜਾਂ ਇੰਦਰੀ ਕੱਟੀ ਹੋਈ ਹੋਵੇ, ਉਹ ਯਹੋਵਾ ਦੀ ਸਭਾ ਵਿੱਚ ਨਾ ਵੜੇ। ਇੱਕ ਨਿਯਮ ਆ, ਇੱਕ ਵਿਵਸਥਾ ਆ ਜੋ ਇਸ ਜਗ੍ਹਾ ਤੇ ਮੂਸਾ ਲਿਖ ਰਿਹਾ ਆ। ਸਭ ਧਿਆਨ ਦਿਓ, ਇਸ ਜਗ੍ਹਾ ਤੇ ਕੌਣ ਲਿਖ ਰਿਹਾ ਆ? ਮੂਸਾ। ਔਰ ਜਦੋਂ ਅਸੀਂ ਪਤਰਸ ਦੀ ਕਿਤਾਬ ਨੂੰ ਪੜ੍ਹਦੇ ਆ, ਉੱਥੇ ਲਿਖਿਆ ਆ ਕਿ ਪਵਿੱਤਰ ਲੋਕ ਜਦੋਂ ਉਸ ਪਵਿੱਤਰ ਆਤਮਾ ਦੀ ਪ੍ਰੇਰਨਾ ਨੂੰ ਲੈਂਦੇ ਸੀਗੇ, ਜਦੋਂ ਪਵਿੱਤਰ ਆਤਮਾ ਦੁਆਰਾ ਉਭਾਰੇ ਜਾਂਦੇ ਸੀਗੇ, ਤਦ ਹੀ ਉਹ ਇਹਨਾਂ ਲਿਖਤਾਂ ਨੂੰ ਲਿਖਦੇ ਸੀਗੇ ਜੀ। ਔਰ ਸਾਡੇ ਯੁੱਗ ਦੇ ਨਬੀ ਨੇ ਦੱਸਿਆ ਆ ਕਿ ਸਾਰੀ ਲਿਖਤ ਜਿੱਦਾਂ ਪਰਮੇਸ਼ਰ ਦੇ ਆਤਮਾ ਤੋਂ ਆ, ਔਰ ਕੋਈ ਵੀ ਬੰਦਾ ਇਹਨਾਂ ਲਿਖਤਾਂ ਦਾ ਸੰਪੂਰਨ ਵਿਖਿਆਨ ਨਹੀਂ ਕਰ ਸਕਦਾ, ਪੂਰਾ ਵਿਖਿਆਨ ਨਹੀਂ ਕਰ ਸਕਦਾ, ਪੂਰਾ ਇਹਨੂੰ ਦਰੁਸਤ ਤਰੀਕੇ ਨਾਲ ਸਮਝਾਇਆ ਨਹੀਂ ਜਾ ਸਕਦਾ, ਇਹਨੂੰ ਸਮਝਿਆ ਨਹੀਂ ਜਾ ਸਕਦਾ ਇਹਨਾਂ ਲਿਖਤਾਂ ਨੂੰ। ਕਿਉਂ ਭਲਾ? ਕਿਉਂਕਿ ਉਹਦਾ ਵਚਨ ਕੀ ਆ? ਅਨੰਤ ਆ। ਔਰ ਅਨੰਤਤਾ ਨੂੰ ਜਾਣਨਾ ਇੱਕ ਇਨਸਾਨ ਦੇ ਲਈ ਬਹੁਤ ਮੁਸ਼ਕਲ ਆ। ਅਨੰਤਤਾ ਨੂੰ ਕੋਈ ਜਾਣ ਨਹੀਂ ਸਕਦਾ। ਔਰ ਇਹ ਵਚਨ ਉਨਾ ਹੀ ਅਨੰਤ ਆ। ਔਰ ਲਿਖਿਆ ਆ ਕਿ ਯਹੋਵਾ ਆਪਦੀ ਲੋਕਾਂ ਦੇ ਵਿੱਚ ਇੱਕ ਵਿਵਸਥਾ ਨੂੰ ਦੇ ਰਿਹਾ ਆ, ਇੱਕ ਨਿਯਮ ਨੂੰ ਦੇ ਰਿਹਾ ਆ। ਕਹਿੰਦਾ ਆ ਕਿ ਐਦਾਂ ਦੇ ਲੋਕ ਮੇਰੀ ਸਭਾ ਦੇ ਵਿੱਚ ਨਾ ਆਉਣ, ਔਰ ਨਾ ਹੀ ਹਰਾਮ ਦੀ ਨਸਲ ਯਹੋਵਾ ਦੀ ਸਭਾ ਵਿੱਚ ਨਾ ਜਾਵੇ। ਉਹ 10ਵੀਂ ਪੀੜ੍ਹੀ ਤੀਕ ਵੀ ਯਹੋਵਾ ਦੀ ਸਭਾ ਵਿੱਚ ਨਾ ਵੜੇ। ਕਿੰਨੀ ਪੀੜ੍ਹੀ ਤੱਕ? 10ਵੀਂ ਪੀੜ੍ਹੀ ਤੱਕ ਉਹ ਯਹੋਵਾ ਦੀ ਵਿਵਸਥਾ ਵਿੱਚ ਉਹਦੀ ਸਭਾ ਵਿੱਚ ਨਾ ਵੜੇ। ਕੋਈ ਮੋਨੀ ਕੋਈ ਮੁਆਬੀ ਯਹੋਵਾ ਦੀ ਸਭਾ ਵਿੱਚ ਨਾ ਜਾਵੇ, ਸਗੋਂ ਉਹਨਾਂ ਵਿੱਚੋਂ ਕੋਈ ਵੀ 10ਵੀਂ ਪੀੜ੍ਹੀ ਤੱਕ ਸਦਾ ਲਈ ਯਹੋਵਾ ਦੀ ਸਭਾ ਵਿੱਚ ਨਾ ਵੜੇ। ਹੁਣ ਇਹ ਜਗ੍ਹਾ ਤੇ ਸਾਨੂੰ ਪਤਾ ਲੱਗਦਾ ਆ ਕਿ ਪ੍ਰਭੂ ਐਦਾਂ ਦੀ ਨਸਲ ਤੋਂ, ਐਦਾਂ ਦੇ ਲੋਕਾਂ ਤੋਂ ਨਫ਼ਰਤ ਕਰਦਾ ਆ ਜਿਹੜੇ ਹਰਾਮ ਦੀ ਨਸਲ ਆ ਜੀ, ਹਨਾ, ਜਿਹੜੇ ਗਲਤ ਲੋਕ ਆ, ਜਿਨ੍ਹਾਂ ਨੇ ਵਚਨ ਦੇ ਉੱਤੇ ਸਟੈਂਡ ਤਾਂ ਲੈ ਕੇ ਨਹੀਂ ਆਉਣਾ, ਵਚਨ ਨੂੰ ਕਦੇ ਨਹੀਂ ਉਹਨਾਂ ਮੰਨਣਾ। ਜਿੰਨਾ ਮਰਜ਼ੀ ਉਹਨਾਂ ਨੂੰ ਸੁਣਾ ਲਓ,
ਜਿੰਨੇ ਮਰਜ਼ੀ ਵਧੀਆ ਵਧੀਆ ਪ੍ਰਚਾਰ ਉਹਨਾਂ ਦੇ ਸਾਹਮਣੇ ਬੋਲ ਦੋ, ਸੱਚ ਜੋ ਮਰਜ਼ੀ ਉਹਨਾਂ ਦੇ ਸਾਹਮਣੇ ਲੈ ਆਓ, ਨਾ ਕਦੀ ਵਚਨ ਦੇ ਉੱਤੇ ਸਟੈਂਡ ਨਹੀਂ ਲੈ ਕੇ ਆਉਣਾ ਸੱਚ ਕਿ ਕੀ ਸਮਝਾਇਆ ਗਿਆ ਹੈ ਔਰ ਮੈਂ ਕਿੱਦਾਂ ਕਰ ਰਿਹਾ ਹਾਂ। ਹਾਲੇਲੂਇਆ। ਕਿੰਨਾਂ ਨੂੰ ਗੱਲ ਸਮਝ ਆ ਰਹੀ ਹੈ? ਆਮੀਨ ਕਦੀ ਐਦਾਂ ਦਾ ਉਹਨਾਂ ਫਲ ਲੈ ਕੇ ਨਹੀਂ ਆਉਣਾ। ਪਰ ਦੱਸ ਜਾਂਦਾ ਐਦਾਂ ਦੇ ਲੋਕਾਂ ਤੋਂ ਪਰਮੇਸ਼ਰ ਘਿਰਨਾ ਕਰਦਾ ਆ। ਆਮੀਨ ਸੱਚ ਹੈ ਹੁਣ ਇੱਥੇ ਲਿਖਿਆ ਕਿ ਉਹ 10ਵੀਂ ਪੀੜ੍ਹੀ ਤੱਕ ਮੇਰੀ ਸਭਾ ਦੇ ਵਿੱਚ ਨਾ ਆਉਣ, ਜੀ ਮੇਰੀ ਹਜ਼ੂਰੀ ਦੇ ਵਿੱਚ ਨਾ ਆਉਣ। ਔਰ ਇੱਥੋਂ ਤੱਕ ਲਿਖਿਆ ਹੈ ਕਿ ਸਦਾ ਤੱਕ ਉਹ ਨਾ ਆਉਣ। ਜੀ ਇੰਨਾ ਗੁੱਸਾ ਐਦਾਂ ਦੇ ਲੋਕਾਂ ਦੇ ਉੱਤੇ ਕਿ ਉਹ ਸਦਾ ਦੇ ਲਈ ਨਾ ਆਉਣ। ਔਰ ਤੁਹਾਨੂੰ ਪਤਾ ਇਹ ਮੁਆਬੀ ਔਰ ਅਮੋਨੀ ਕਿੱਥੋਂ ਆਏ? ਲੂਤ ਤੇ ਉਹਦੀਆਂ ਧੀਆਂ ਦੀ। ਆਮੀਨ ਲੂਤ ਔਰ ਉਹਦੇ ਧੀਆਂ ਦੀ ਸੰਤਾਨ ਸੀਗੇ। ਔਰ ਦੱਸਿਆ ਜਾਂਦਾ ਹੈ ਕਿ ਨਬੀ ਨੇ ਕਿਹਾ ਕਿ ਜਦੋਂ ਉਹ ਲੂਤ ਉਹਦੇ ਵਿੱਚੋਂ ਸਦੂਮ ਤੇ ਮੋਰਾ ਚੋਂ ਬਾਹਰ ਨਿਕਲ ਰਿਹਾ ਸੀਗਾ ਤਾਂ ਲੂਤ ਦੀ ਪਤਨੀ ਨੇ ਪਿੱਛੇ ਮੁੜ ਕੇ ਨਬੀ ਨੇ ਕਿਹਾ ਖੱਬੇ ਵੱਲ ਦੀ ਪਿਛਾ ਨੂੰ ਘੁੰਮੀ ਉਹ, ਖੱਬੇ ਪਾਸਿਓਂ ਦੀ ਹੋ ਕੇ ਇੱਧਰ ਦੀ ਨਹੀਂ ਘੁੰਮੀ, ਇੱਧਰ ਦੀ ਹੋ ਕੇ ਘੁੰਮੀ ਔਰ ਉਹ ਪਿਛਾ ਨੂੰ ਦੇਖਣ ਲੱਗ ਪਈ। ਔਰ ਉਦੋਂ ਹੀ ਦੱਸਿਆ ਜਿਹੜਾ ਲੂਮ ਦਾ ਕੀ ਬਣ ਗਈ, ਥੰਮ ਬਣ ਗਈ, ਖੰਭਾ ਬਣ ਗਈ, ਹਨਾ। ਉਹ ਦੱਸਿਆ ਜਾਂਦਾ ਕਿ ਉਹਨੇ ਕਿਹਾ ਵੀ ਇਹ ਖੱਬੇ ਪਾਸੇ ਦੇ ਲਿਆ ਔਰ ਉਹਦਾ ਦਿਲ ਸਦੂਮ ਤੇ ਮੋਰਾ 'ਚ ਲੱਗਾ ਹੋਇਆ ਸੀਗਾ ਕਿ ਬੜੀਆਂ ਵਧੀਆ ਬਿਊਟੀ ਪਾਰਲਰ ਆ, ਬੜੇ ਵਧੀਆ ਉੱਥੋਂ ਦੀਆਂ ਚੀਜ਼ਾਂ ਆ ਔਰ ਮੈਂ ਕਿੰਨਾ ਵਧੀਆ ਉੱਥੇ ਮੇਰੇ ਸਾਰੇ ਭੈਣ ਭਰਾ ਆ ਔਰ ਰਿਸ਼ਤੇਦਾਰ ਆ, ਬਹੁਤ ਵਧੀਆ ਉਸ ਜਗ੍ਹਾ ਤੇ ਲੱਗ ਰਿਹਾ ਸੀਗਾ। ਸੱਚੀ ਹੋ ਰਿਹਾ ਕਰਕੇ ਕਿ ਕਿੱਦਾਂ? ਵਚਨ ਦੇ ਉੱਤੇ ਵਿਸ਼ਵਾਸ ਨਹੀਂਗਾ। ਜੇ ਜਗ੍ਹਾ ਤੇ ਦੇ ਲਿਆ ਉੱਥੇ ਹੀ ਜਾਂਦਾ ਹੈ ਬੰਦਾ, ਹੈਨਾ। ਉਹ ਦੱਸਿਆ ਜਾਂਦਾ ਜਦੋਂ ਤੁਹਾਨੂੰ ਸਾਰੀ ਕਹਾਣੀ ਦਾ ਪਤਾ ਆ ਕਿ ਕਿੱਦਾਂ ਇਹ ਮੁਆਬੀ ਔਰ ਮੋਨੀ ਆਉਂਦੇ ਆ, ਆਮੀਨ ਹੈਨਾ। ਸਵਾਲ ਦੇਖ ਕੇ ਔਰ ਇਹ ਬਾਈਬਲ ਬਿਆਨ ਕਰਦੀ ਇਹ ਹਰਾਮ ਦੀ ਔਲਾਦ ਸੀਗੇ। ਜੀ ਸੱਚ ਹੈ ਇਹ ਕੀ ਸੀਗੇ? ਹਰਾਮ ਆਰਾਮ ਦੀ ਔਲਾਦ ਸੀ। ਹਰਾਮ ਦੀ ਔਲਾਦ। ਹਰਾਮ ਦੀ ਔਲਾਦ ਕਿੱਦਾਂ ਪੈਦਾ ਹੁੰਦੀ ਹੈ? ਇਹਨੂੰ ਆਪਾਂ ਆਤਮਿਕ ਤਰੀਕੇ ਦੇ ਨਾਲ ਦੇਖਣਾ ਆ, ਕਿਉਂਕਿ ਨਬੀ ਨੇ ਆਪਣੇ COD 91 ਨੰਬਰ ਪ੍ਰਸ਼ਨ ਦੇ ਵਿੱਚ ਕਿਹਾ ਆ ਵੀ ਅਗਰ ਕੋਈ ਹਰਾਮ ਦੀ ਔਲਾਦ ਕਿੱਦਾਂ ਹੁੰਦੀ ਆ, ਥੋੜੀ ਦੇਰ ਧਿਆਨ ਦਿਓ, ਆਪਾਂ ਗੌਰ ਕਰਿਓ। ਨਬੀ ਨੇ ਕਿਹਾ ਕਿ ਜੇਕਰ ਕੋਈ ਅਨਮੈਰਿਡ ਆ, ਔਰਤ ਦੀ ਵੀ ਸ਼ਾਦੀ ਨਹੀਂ ਹੋਈ, ਲੜਕੀ ਦੀ ਵੀ ਸ਼ਾਦੀ ਨਹੀਂ ਹੋਈ ਔਰ ਮੁੰਡੇ ਦੀ ਵੀ ਸ਼ਾਦੀ ਨਹੀਂ ਹੋਈ, ਔਰ ਉਹਨਾਂ 'ਚ ਕੁਝ ਇੱਦਾਂ ਦਾ ਸੰਬੰਧ ਬਣਦਾ ਆ ਕਿ ਉਹਨਾਂ ਦੇ ਦਰਮਿਆਨ ਬੱਚਾ ਹੋ ਜਾਂਦਾ ਹੈ, ਉਹ ਬੱਚਾ ਹਰਾਮ ਦੀ ਔਲਾਦ ਨਹੀਂ ਹੈ। ਉਹ ਬੱਚਾ ਹਰਾਮ ਦੀ ਔਲਾਦ ਨਹੀਂ ਆ, ਕਿਉਂਕਿ ਉਹ ਮੁੰਡਾ ਵੀ ਪਵਿੱਤਰ ਆ ਔਰ ਉਹ ਕੁੜੀ ਵੀ ਪਵਿੱਤਰ ਆ। ਹਰਾਮ ਦੀ ਔਲਾਦ ਕਿੱਦਾਂ ਪੈਦਾ ਹੁੰਦੀ? ਜਦੋਂ ਉਹਨਾਂ ਵਿੱਚੋਂ ਇੱਕ ਵਿਆਹਿਆ ਆ, ਸੱਚ ਜਾਂ ਦੋਨੋਂ ਹੀ ਵਿਆਹੇ ਆ, ਉਹ ਕਿਤੇ ਹੋਰ ਵਿਆਹਿਆ, ਉਹ ਕਿਤੇ ਹੋਰ ਵਿਆਹਿਆ। ਮੰਨ ਲਓ ਕਿ ਕੁੜੀ ਅਨਮੈਰਿਡ ਆ ਪਰ ਬੰਦਾ ਜਿਹੜਾ ਉਹ ਵਿਆਹਿਆ ਹੋਇਆ ਹੈ, ਸੱਚ ਜਾਂ ਕੁੜੀ ਜਿਹੜੀ ਉਹ ਔਰਤ ਆ ਜਿਹੜੀ ਉਹ ਵਿਆਹੀ ਹੋਈ ਆ ਆਮੀਨ ਕਿਸੇ ਹੋਰ ਮਰਦ ਕੋਲ ਜਾ ਰਹੀ ਆ ਜੀ ਔਰ ਉਹਨਾਂ ਦੇ ਸਬੰਧ ਏਦਾਂ ਦਾ ਬਣਦਾ ਇੱਕ ਬੱਚਾ ਪੈਦਾ ਹੁੰਦਾ, ਬੱਚਾ ਹਰਾਮ ਦੀ ਔਲਾਦ ਆ, ਉਹ ਕੀ ਗਲਤ ਨਸਲ ਆ। ਜੀ ਪ੍ਰਭੂ ਐਦਾਂ ਦੇ ਲੋਕਾਂ ਨੂੰ ਕੀ ਕਰਦਾ ਆ? ਕਿਹੜਾ ਕਰਨਾ ਘਿਰਨਾ ਕਰਦਾ ਆ। ਔਰ ਇਦਾਂ ਦੀ ਨਸਲ ਨੂੰ ਲੂਤ ਦੀਆਂ ਧੀਆਂ ਲੈ ਕੇ ਆਈਆਂ। ਸੱਚ ਹੈ ਜੀ ਔਰ ਇਸੇ ਲਈ ਪ੍ਰਭੂ ਦਾ ਇੱਕ ਨਿਯਮ ਆਇਆ ਕਿ ਇਦਾਂ ਦੇ ਲੋਕ ਕਦੀ ਮੇਰੀ ਸਭਾ ਵਿੱਚ ਨਾ ਵੜਨ, ਕਿਉਂਕਿ ਇਦਾਂ ਦੇ ਲੋਕਾਂ ਤੋਂ ਪਰਮੇਸ਼ਰ ਕੀ ਕਰਦਾ ਆ? ਕਿਹੜਾ ਕਰਦਾ ਘਿਰਨਾ ਕਰਦਾ ਆ। ਇੱਕ ਹੋਰ ਗੱਲ ਕਿ ਜਿੱਦਾਂ ਆਪਾਂ ਦੇਖਿਆ ਕਿ ਇਦਾਂ ਦੀ ਜਿਹੜੀ ਨਸਲ ਆ ਉਹ ਹਰਾਮ ਦੀ ਨਸਲ ਆ, ਪਰ ਪ੍ਰਭੂ ਇਦਾਂ ਦੇ ਲੋਕਾਂ ਤੋਂ ਘਿਰਨਾ ਕਰਦਾ ਆ। ਹੁਣ ਮੰਨ ਲਓ ਕਿ ਕੋਈ ਮੁੰਡਾ ਕਿਸੇ ਲੜਕੀ ਦੇ ਨਾਲ ਇਦਾਂ ਦੇ ਸਬੰਧਾਂ 'ਚ ਰਿਹਾ। ਹੁਣ ਉਹ ਦੱਸਿਆ ਜਾਂਦਾ ਹੈ ਕਿ
ਬਾਈਬਲ ਤੁਸੀਂ ਲੇਵੀਆ ਦੀ ਕਿਤਾਬ 'ਚ ਇਦਾਂ ਲਿਖਿਆ, ਕੂਚ ਦੀ ਕਿਤਾਬ ਤੁਸੀਂ ਪੜ੍ਹ ਲੈਣਾ, ਮੈਂ ਲਿਖਤਾ ਪੜ੍ਹਾਉਣਾ, ਜਦੋਂ ਅਗਰ ਕੋਈ ਮੰਗਦਾ ਆਪਾਂ ਦੇ ਸਕਦੇ ਹਾਂ, ਬਾਈਬਲ 'ਚ ਹੈਗਾ ਆ। ਬਾਈਬਲ 'ਚ ਲਿਖਿਆ ਕਿ ਅਗਰ ਕੋਈ ਮੁੰਡਾ ਇਦਾਂ ਦੇ ਰਹਿੰਦਾ ਆ ਸਬੰਧ 'ਚ, ਉਹ ਆਤਮਿਕ ਤਰੀਕੇ ਦੇ ਨਾਲ ਜੁੜ ਚੁੱਕੇ ਆ। ਹੁਣ ਮੰਨ ਲਓ ਕਿ ਲੜਕੀ ਨੇ ਅਲੱਗ ਵਿਆਹ ਕਰਾ ਲਿਆ, ਲੜਕੇ ਨੇ ਅਲੱਗ ਕਰਾ ਲਿਆ, ਪਰ ਬਾਈਬਲ ਦੀ ਭਾਸ਼ਾ 'ਚ ਜਨਾਹਕਾਰੀ ਆ। ਉਹ ਕੀ ਆ? ਜਨਾਹਕਾਰੀ ਆ। ਔਰ ਜਦੋਂ ਅਸੀਂ ਮਤੀ ਦੀ ਇੰਜੀਲ 19 ਦੇ ਪੜ੍ਹਦੇ ਆ, ਉੱਥੇ ਲਿਖਿਆ ਆ ਕਿ ਜਦੋਂ ਉਹਨੇ ਕਿਹਾ ਕਿ ਫਿਰ ਮੂਸਾ ਨੇ ਕਿਉਂ ਕਿਹਾ ਵੀ ਤਿਆਗ ਪੱਤਰੀ ਦੇ ਸਕਦਾ, ਕਹਿੰਦਾ ਮੁੰਡੋ ਜਿਹਾ ਨਹੀਂ ਸੀਗਾ। ਔਰ ਇੱਕ ਮਰਦ ਕਹਿੰਦਾ ਤਦ ਤੱਕ ਨਹੀਂ ਦੇ ਸਕਦਾ ਜਨਾਹਕਾਰੀ ਤੋਂ ਇਲਾਵਾ ਕੋਈ ਕਾਰਨ ਨਹੀਂ ਹੋਣਾ ਚਾਹੀਦਾ, ਹੈਨਾ ਜੀ। ਜਨਾਹਕਾਰੀ ਨਹੀਂ ਹੋਣੀ ਚਾਹੀਦੀ, ਕਿਉਂਕਿ ਜਦੋਂ ਕੋਈ ਔਰਤ, ਮੈਂ ਇਹ ਯਿਸੂ ਮਸੀਹ ਔਰ ਉਹਦੀ ਕਲੀਸਿਆ ਦੇ ਬਾਰੇ ਬੋਲ ਰਿਹਾ, ਜਦੋਂ ਕੋਈ ਭੈਣ ਭਰਾ ਯਿਸੂ ਮਸੀਹ ਤੋਂ ਇਲਾਵਾ ਕਿਸੇ ਹੋਰ ਕੋਲੇ ਜਾਣ ਦੀ ਕੋਸ਼ਿਸ਼ 'ਚ ਆ, ਉਹ ਗਲਤ ਨਸਲ ਨੂੰ ਲੈ ਕੇ ਆਏਗੀ, ਉਹ ਗਲਤ ਬੱਚਿਆਂ ਨੂੰ ਪੈਦਾ ਕਰੇਗਾ, ਗਲਤ ਲੋਕਾਂ ਦੇ ਕੋਲੇ ਲੋਕਾਂ ਨੂੰ ਹੀ ਪ੍ਰਗਟ ਕਰੇਗਾ। ਉਹ ਕਿੰਨੇ ਨੂੰ ਗੱਲ ਸਮਝ ਆ ਰਹੀ ਹੈ? ਹੁਣ ਮੰਨ ਲਓ ਕਿ ਜਿੱਦਾਂ ਹੁਣ ਲੜਕਾ ਔਰ ਲੜਕੀ ਆਪਸ ਵਿੱਚ ਸੰਬੰਧਾਂ 'ਚ ਰਹੇ, ਪਰ ਸ਼ਾਦੀ ਦੇ ਵੇਲੇ ਹੁਣ ਕੁਝ ਇੱਦਾਂ ਦਾ ਹੋਇਆ ਕਿ ਮੰਨ ਲਓ ਉਹਨਾਂ ਦਾ ਬ੍ਰੇਕਅਪ ਹੋ ਗਿਆ, ਜਾਂ ਇੱਕ ਦੂਜੇ ਨੂੰ ਹੁਣ ਪਸੰਦ ਨਹੀਂ ਕਰਦੇ, ਉਹਨੇ ਹੋਰ ਕਿਤੇ ਵਿਆਹ ਕਰਾ ਲਿਆ, ਉਹਨੇ ਹੋਰ ਕਿਤੇ ਕਰਾ ਲਿਆ, ਉਹ ਜਨਾਹਕਾਰੀ ਆ, ਉਹ ਗਲਤ ਨਸਲ ਨੂੰ ਲੈ ਕੇ ਆਏਗਾ। ਚਾਹੀਦਾ ਆ ਕਿ ਜਦ ਕੋਈ ਸੇਵਕ ਲੋਕ ਉਹਨਾਂ ਦਾ ਨਿਕਾਹ ਪੜ੍ਹਨ, ਉਹਨਾਂ ਨੂੰ ਜੋੜੇ ਦੇ ਵਿੱਚ ਜੋੜਿਆ ਜਾਏ, ਪਹਿਲਾਂ ਮੁੰਡੇ ਦਾ ਇਕਰਾਰਨਾਮਾ ਕਰਾਇਆ ਜਾਏ, ਕੁੜੀ ਦਾ ਇਕਰਾਰਨਾਮਾ ਕਰਾਇਆ ਜਾਏ। ਕਿੱਦਾਂ ਭਲਾ? ਯਾਦ ਕਰੋ ਰੂਥ ਨੂੰ, ਰੂਥ ਮੁਆਬਣ ਸੀਗੀ, ਉਹ ਹੀ ਇਕਰਾਰਨਾਮਾ ਫਿਰ ਤੋਂ ਦੁਹਰਾਇਆ ਜਾਂਦਾ ਆ, ਤਾਂ ਪਰਮੇਸ਼ਰ ਨੂੰ ਪਸੰਦ ਆਉਂਦਾ ਆ। ਉਹ ਰੂਥ ਮੁਆਬਣ ਹੋ ਕੇ ਇੱਕ ਗਲਤ ਨਸਲ ਦੀ ਪੈਦਾਵਾਰ ਸੀਗੀ, ਇੱਕ ਗਲਤ ਨਸਲ ਦੇ ਵਿੱਚੋਂ ਨਿਕਲੀ ਸੀਗੀ, ਔਰ ਕਿੰਨੀਆਂ ਪੀੜ੍ਹੀਆਂ ਦੇ ਵਿੱਚੋਂ ਦੀ ਨਿਕਲਦੀ ਇਸ ਕਰਾਰਨਾਮੇ ਤੇ ਆਈ, ਤੇਰਾ ਪਰਮੇਸ਼ਰ ਮੇਰਾ ਪਰਮੇਸ਼ਰ ਆ, ਤੇਰੇ ਲੋਕ ਮੇਰੇ ਲੋਕ ਆ। ਹਾਲੇਲੂਇਆ, ਹਾਲੇਲੂਇਆ। ਔਰ ਮੌਤ ਤੋਂ ਛੁੱਟ ਅਗਰ ਹੋਰ ਚੀਜ਼ ਸਾਨੂੰ ਜੁਦਾ ਕਰੇ ਤੇ ਐਦਾਂ ਨਾ ਹੋਵੇ ਜਿੱਥੇ ਤੂੰ ਮਰੇਗੀ ਉੱਥੇ ਮੈਂ ਦੱਬੀ ਜਾਵਾਂਗੀ। ਕਿੰਨਾ ਜ਼ਬਰਦਸਤ ਕਰਾਰ ਆ। ਆਹੀ ਕਰਾਰ ਨਕਾਮਾਂ ਤੇ ਕਰਾਇਆ ਜਾਂਦਾ ਆ। ਹਾਲੇਲੂਇਆ। ਤਾਂ ਜਾ ਕੇ ਇੱਕ ਵਧੀਆ ਨਸਲ ਪ੍ਰਗਟ ਹੁੰਦੀ ਆ, ਇੱਕ ਵਧੀਆ ਪੈਦਾਵਾਰ ਆ ਸਕਦੀ ਆ। ਉਸੇ ਤਰੀਕੇ ਦੇ ਨਾਲ ਜਿੱਦਾਂ ਇੱਕ ਮਸੀਹ ਜਦ ਪ੍ਰਭੂ ਨੂੰ ਗ੍ਰਹਿਣ ਕਰਦਾ ਆ, ਉਹਦਾ ਕਰਾਰਨਾਮਾ ਕਰਵਾਇਆ ਜਾਂਦਾ ਆ ਕਿ ਇਕਰਾਰ ਕਰ ਕਿ ਅੱਜ ਤੋਂ ਬਾਅਦ ਪ੍ਰਭੂ ਮੈਂ ਤੇਰੇ ਲਈ ਵਫਾਦਾਰ ਰਵਾਂਗਾ, ਤੇਥੋਂ ਛੁੱਟ ਹੋਰ ਕੋਈ ਮੇਰਾ ਪਰਮੇਸ਼ਰ ਨਹੀਂ ਆ, ਤੂੰ ਹੀ ਮੇਰੇ ਲਈ ਸਭ ਕੁਝ ਆ। ਮੈਂ ਭਾਵੇਂ ਦੁੱਖ ਚੋਵਾਂ, ਸੁੱਖ ਚੋਵਾਂ, ਜਿੱਦਾਂ ਦੇ ਮਰਜ਼ੀ ਹਾਲਾਤਾਂ ਚ ਹੋਵਾਂ, ਜਿੱਦਾਂ ਪਲੂਸ ਨੇ ਕਿਹਾ ਕਿ ਕੀ ਮੌਤ, ਕੀ ਹਨੇਰੀਆਂ, ਕੀ ਵਰਤਮਾਨ ਅਵਸਥਾ, ਕਿਹੜੀ ਏਦਾਂ ਦੀ ਚੀਜ਼ ਹੈ ਜਿਹੜੀ ਸਾਨੂੰ ਸਾਡੇ ਪਰਮੇਸ਼ਰ ਤੋਂ ਅੱਡ ਕਰ ਸਕਦੀ ਹੈ। ਏਦਾਂ ਦਾ ਕਰਾਰਨਾਮਾ ਅੱਜ ਵੀ ਜਦ ਕਲੀਸਿਆ 'ਚ ਕੁਝ ਭੈਣ ਭਰਾ ਆਉਂਦੇ ਆ, ਉਹਨਾਂ ਤੋਂ ਲਿਆ ਜਾਂਦਾ ਆ। ਕਾਹਦੇ ਲਈ? ਕਿਉਂਕਿ ਜਦ ਵੀ ਉਹ ਭੈਣ ਭਰਾ ਕਿਸੇ ਸਾਹਮਣੇ ਗਵਾਹੀ ਦੇਣ ਜਾਏ, ਇੱਕ ਵਧੀਆ ਨਸਲ ਨਿਕਲ ਕੇ ਆਏ, ਕਿਉਂਕਿ ਤਦ ਤੱਕ ਇੱਕ ਵਧੀਆ ਨਸਲ ਨਹੀਂ ਆ ਸਕਦੀ ਜਦ ਤੱਕ ਸਾਡਾ ਸੰਬੰਧ ਸਾਡੇ ਲਾੜੇ ਦੇ ਨਾਲ ਸੈੱਟ ਨਹੀਂ ਆ। ਪ੍ਰਭੂ ਏਦਾਂ ਦੇ ਲੋਕਾਂ ਤੋਂ ਘਿਰਣਾ ਕਰਦਾ ਆ। ਕਦੀ ਉਹ ਭੈਣ ਭਰਾ ਫਲ ਪ੍ਰਗਟ ਨਹੀਂ ਕਰ ਸਕਦੇ, ਕਦੀ ਉਹ ਆਤਮਿਕ ਬੱਚੇ ਪੈਦਾ ਨਹੀਂ ਕਰ ਸਕਦੇ। ਅਗਰ ਕਰਨਗੇ ਵੀ ਤਾਂ ਉਹ ਗਲਤ ਨਸਲ ਨੂੰ ਲੈ ਕੇ ਆਉਣਗੇ ਜੀ। ਹਾਲੇਲੂਇਆ। ਪਰ ਪ੍ਰਭੂ ਏਦਾਂ ਦੇ ਨਸਲਾਂ ਤੋਂ, ਏਦਾਂ ਦੇ ਲੋਕਾਂ ਤੋਂ ਕੀ ਕਰਦਾ ਆ? ਘਿਰਣਾ ਕਰਦਾ ਹੈ। ਉਹ ਕਹਿੰਦਾ ਨਾ ਏਦਾਂ ਦੇ ਲੋਕ ਮੇਰੀ ਹਜ਼ੂਰੀ 'ਚ ਨਾ ਆ ਸਕਣ। ਹਾਲੇਲੂਇਆ। ਕਿਹਨਾਂ ਨੂੰ ਗੱਲ ਸਮਝ ਆਈ ਹੈ? ਜਿੱਦਾਂ ਦੇਖੋ ਕਿ ਆਦਮ, ਇੱਕ ਬਾਈਬਲ ਬਿਆਨ ਕਰਦੀ, ਇੱਕ ਪਹਿਲਾ ਆਦਮ ਸੀ ਔਰ ਇੱਕ ਦੂਸਰਾ ਆਦਮ ਆ, ਹੈਨਾ। ਪਹਿਲਾ ਆਦਮ ਤੁਹਾਨੂੰ ਪਤਾ ਆ, ਪਹਿਲਾ ਆਦਮ ਕੌਣ ਸੀਗਾ? ਹਵਾ ਦਾ ਘਰ ਵਾਲਾ। ਔਰ ਦੱਸਿਆ ਜਾਂਦਾ ਹੈ ਕਿ ਉਹ ਆਦਮ ਇੱਕ ਵਧੀਆ ਨਸਲ ਸੀਗੀ ਜੀ, ਔਰ ਉਹਦੀ ਪਤਨੀ ਵੀ ਕੀ ਸੀਗੀ? ਆਦਮ ਹੀ ਸੀਗੀ। ਉਹਨਾਂ ਦੋਨਾਂ ਦਾ ਨਾਮ ਦੱਸਿਆ ਜਾਂਦਾ ਆਦਮ ਹੀ ਰੱਖਿਆ। ਔਰ ਜਦੋਂ ਉਹਨਾਂ ਨੇ
ਤੁਹਾਨੂੰ ਪਤਾ ਆ ਕਿ ਇੱਕ ਜਦ ਦੋਨਾਂ ਨੂੰ ਇਦਾਂ ਪਵਿੱਤਰ ਰਿਸ਼ਤੇ 'ਚ ਜੋੜ ਦਿੱਤਾ ਗਿਆ ਆ, ਆਮੀਨ ਹੁਣ ਦੋਨਾਂ ਦਾ ਇੱਕ ਬੰਧਨ ਆ, ਆਮੀਨ ਕੋਈ ਨਿਯਮ ਆ। ਹੁਣ ਔਰਤ ਕੀ ਕਰ ਰਹੀ ਆ? ਕਿਸੇ ਹੋਰ ਤੋਂ ਸੁਣਨਾ ਚਾਹ ਰਹੀ ਆ, ਕਿਸੇ ਹੋਰ ਦਾ ਬੀਜ ਲੈਣ ਦੀ ਕੋਸ਼ਿਸ਼ 'ਚ ਆ, ਸੱਚ ਔਰ ਇੱਥੇ ਤੱਕ ਕਿ ਉਹ ਬੀਜ ਲੈ ਵੀ ਲਿਆ, ਜੀ ਪਰ ਪੈਦਾਵਾਰ ਕਿਹੜੀ ਹੋਈ? ਗਲਤ ਨਸਲ ਆ ਗਈ, ਸੱਚ ਹਰਾਮ ਦੀ ਨਸਲ ਨੂੰ ਕਿਹਾ ਗਿਆ। ਸੱਚ ਇਸੇ ਲਈ ਕਹਿੰਦੇ ਕਿ ਉਹ ਭੰਗੌੜਾ ਆ, ਆਮੀਨ ਉਹਨੂੰ ਭਜਾ ਦਿੱਤਾ ਗਿਆ, ਭੰਗੌੜਾ ਤੇ ਭੌਂਦੂ ਕਰਕੇ ਉਹ ਇਸ ਧਰਤੀ ਤੇ ਰਿਹਾ। ਉਹ ਕਦੀ ਵੀ ਉਹਦੀ ਹਜ਼ੂਰੀ ਦੇ ਵਿੱਚ ਵਾਪਸ ਆਉਣ ਦੇ ਲਈ ਨਹੀਂ ਬੁਲਾਏ ਗਏ, ਸੱਚ ਸਦਾ ਦੇ ਲਈ ਉਹ। ਔਰ ਜਦੋਂ ਅਸੀਂ ਜ਼ਬੂਰ ਦੀ ਕਿਤਾਬ ਪੜ੍ਹਦੇ ਹਾਂ, ਉੱਥੇ ਲਿਖਿਆ ਆ, ਕੌਣ ਮੇਰੇ ਪਵਿੱਤਰ ਪਰਬਤ ਦੇ ਉੱਤੇ ਵਸੇਗਾ? ਜੀ ਕੌਣ ਮੇਰੇ? ਪਵਿੱਤਰ ਐਦਾਂ ਦੇ ਲੋਕ ਕਦੀ ਨਹੀਂ ਵਸਣਗੇ, ਐਦਾਂ ਦੇ ਲੋਕ ਕਦੀ ਵੀ ਇਸ ਲਈ ਨਹੀਂ ਉਹ ਸੰਗਤੀ ਚ ਲਿਆਇਆ ਗਿਆ ਕਿ ਹੁਣ ਉਹ ਪਵਿੱਤਰ ਪਰਬਤ ਉੱਤੇ ਵਸਣਗੇ। ਇਹ ਸਟਰਕਚਰ ਹੈ ਇੱਕ ਸੰਪੂਰਨ ਮਨੁੱਖ ਦਾ ਢਾਂਚਾ, ਜੀ ਔਰ ਪਵਿੱਤਰ ਪਰਬਤ ਆ ਖੂੰਜੇ ਦਾ ਪੱਥਰ, ਸਭ ਤੋਂ ਆਮੀਨ ਉੱਪਰ ਵਸਣਾ। ਆਮੀਨ ਉੱਥੋਂ ਤੱਕ ਕਦੀ ਨਹੀਂ ਜਾ ਸਕਦੇ। ਕਈ ਵਾਰ ਗੱਲ ਕੀਤੀ ਕਿ ਉਹ ਇੱਥੋਂ ਤੱਕ ਤਾਂ ਚਲੇ ਜਾਣਗੇ, ਪਰ ਇੱਥੋਂ ਫਿਰ ਉਹ ਦੁਨੀਆ ਨੂੰ ਮੁੜ ਜਾਣਗੇ। ਇੱਥੋਂ ਤੱਕ ਵੀ ਚਲੇ ਜਾਣਗੇ, ਇੱਥੋਂ ਫਿਰ ਉੱਥੋਂ ਤੱਕ ਕਦੀ ਨਹੀਂ ਪਹੁੰਚ ਸਕਦੇ ਹੋ, ਕਿਉਂਕਿ ਉੱਥੋਂ ਤੱਕ ਅਸਲੀ ਨਸਲ ਨੇ ਪਹੁੰਚਣਾ ਹੈ, ਆਮੀਨ ਅਸਲੀ ਲੋਕਾਂ ਨੇ ਪਹੁੰਚਣਾ ਹੈ। ਕਦੀ ਵੀ ਡਿਫੈਕਟਿਵ ਜਿਹੜਾ ਬੀਜ ਆ ਉਹ ਨਹੀਂ ਜਾ ਸਕਦਾ। ਹਾਲੇਲੂਇਆ ਹਾਲੇਲੂਇਆ ਔਰ ਤੁਹਾਨੂੰ ਪਤਾ ਆ ਕਿ ਉਹ ਨਾਰੀ ਉਹਦੇ ਵਿੱਚੋਂ ਕੱਢੀ ਗਈ, ਆਮੀਨ ਆਦਮ ਦੇ ਵਿੱਚੇ ਵਿੱਚੋਂ ਕੱਢੀ ਗਈ। ਹਵਾ ਨੂੰ ਕਿੱਥੋਂ ਕੱਢਿਆ ਸੀਗਾ? ਫਸਲੀ ਉਹਦੀ ਪਸਲੀ ਤੋਂ। ਜੀ ਔਰ ਇੱਥੋਂ ਤੱਕ ਕਿ ਉਹ ਉਸ ਮਿੱਟੀ ਤੋਂ ਬਣਾ ਸਕਦਾ ਸੀਗਾ, ਸੱਚ ਪਰਮੇਸ਼ਰ ਮਿੱਟੀ ਦੇ ਉਸ ਮਿੱਟੀ ਤੋਂ ਹਵਾ ਨੂੰ ਬਣਾ ਸਕਦਾ ਸੀਗਾ, ਪਰ ਉਹਨੇ ਉਸ ਮਿੱਟੀ ਤੋਂ ਨਹੀਂ ਲਿਆ। ਉਹ ਕਹਿੰਦਾ ਨਹੀਂ, ਇਹਦੇ ਵਿੱਚੋਂ ਬਣਾਉਣੀ ਆ, ਕਿਉਂਕਿ ਇੱਕ ਬੰਧਨ ਬੱਧਿਆ ਜਾਣਾ ਆ, ਆਮੀਨ ਇੱਕ ਨਿਯਮ ਨੇ ਕੰਮ ਕਰਨਾ ਇਸ ਧਰਤੀ ਦੇ ਉੱਤੇ, ਔਰ ਇੱਕ ਵਧੀਆ ਨਸਲ ਆਉਣੀ ਆ। ਹਾਲੇਲੂਇਆ ਹਾਲੇਲੂਇਆ ਕੀ ਆਉਣੀ ਆ? ਵਧੀਆ ਬੀਜ ਆਉਣਾ ਆ, ਜੀ ਇੱਕ ਵਧੀਆ ਲੋਕ ਇਸ ਧਰਤੀ ਦੇ ਉੱਤੇ ਰਾਜ ਕਰਨਗੇ, ਸੱਚ ਜੀ ਹਨਾ। ਪਰ ਕਿਸੇ ਨੇ ਆ ਕੇ ਗਲਤ ਬੀਜ ਉਸ ਖੇਤ ਦੇ ਵਿੱਚ ਆ ਕੇ ਬੀਜ ਗਿਆ। ਕੀ ਕਰ ਦਿੱਤਾ? ਕੁਝ ਗਲਤ ਉਸ ਜਗ੍ਹਾ ਤੇ ਆ ਕੇ ਬੀਜ ਦਿੱਤਾ ਗਿਆ, ਜੀ ਔਰ ਉਸ ਤੋਂ ਬਾਅਦ ਉਹ ਸਾਰੀ ਗਲਤ, ਸਹੀ ਵੀ ਨਸਲ ਆਉਂਦੀ ਰਹੀ ਤੇ ਗਲਤ ਵੀ ਨਸਲ, ਦੋਨੋਂ ਹੀ ਇਸ ਧਰਤੀ ਤੇ ਆਉਂਦੀਆਂ ਰਹੀਆਂ। ਨਸਲ ਵੀ ਤੇ ਨਕਲ ਵੀ ਔਰ ਕਈ ਕਹਿੰਦੇ ਕੈਨ ਦੀ ਸਾਰੀ ਨਸਲ ਖਤਮ ਹੋ ਗਈ ਸੀ, ਹਨਾ। ਇਹ ਕਹਿੰਦੇ ਕੈਨ ਦੀ ਨਸਲ ਸਾਰੀ ਖਤਮ ਹੋ ਗਈ ਸੀ, ਪਰ ਆ ਜਦ ਪ੍ਰਭੂ ਯਿਸੂ ਮਸੀਹ ਇਸ ਦੇਸਾਨ ਦੇ ਬਾਰੇ ਦੱਸਦਾ, ਉਹ ਕਹਿੰਦਾ ਵੀ ਉਹ ਹੈਗੀ ਹਾਲੇ, ਉਹ ਇਸ ਧਰਤੀ ਤੇ ਹੀ ਆ, ਹਨਾ। ਜੀ ਕਿਉਂਕਿ ਹਾਲੇ ਤੱਕ ਕੈਨ ਦੀ ਨਸਲ ਖਤਮ ਨਹੀਂ ਹੋਈ, ਜਦ ਤੱਕ ਇਸ ਯੁੱਗ ਦਾ ਅੰਤ ਨਹੀਂ ਹੋ ਜਾਂਦਾ, ਸੱਚ ਹੈ ਕਿਉਂਕਿ ਉਸ ਅੱਗ ਨੇ ਉਸ ਨਸਲ ਨੂੰ ਬਿਲਕੁਲ ਖਤਮ ਕਰ ਦੇਣਾ ਹੈ। ਆਮੀਨ ਹਾਲੇਲੂਇਆ। ਹੁਣ ਕਿੰਨਿਆਂ ਨੂੰ ਇੱਥੋਂ ਤੱਕ ਸਮਝ ਆ ਗਿਆ ਹੈ? ਹੁਣ ਤੁਹਾਨੂੰ ਪਤਾ ਆ ਕਿ ਇੱਕ ਆਪਾਂ ਬਸ ਲਾਸਟ ਗੱਲ ਕਰਦੇ ਹਾਂ ਪ੍ਰਭੂ ਦੀ ਕਿਰਪਾ ਨਾਲ, ਫਿਰ ਆਪਾਂ ਸਮਾਪਤ ਦੇ ਵੱਲ ਚੱਲਦੇ ਹਾਂ। ਹੁਣ ਆਦਮ ਦੇ ਉੱਤੇ ਗੂੜੀ ਨੀਂਦ ਭੇਜ ਦਿੱਤੀ ਗਈ, ਆਦਮ ਦੇ ਉੱਤੇ ਗੂੜੀ ਨੀਂਦ ਭੇਜੀ, ਔਰ ਉਹਦੀ ਇੱਕ ਬੱਖੀ ਨੂੰ ਕੱਢਿਆ, ਉਸ ਪਸਲੀ ਨੂੰ ਕੱਢਿਆ, ਔਰ ਪਸਲੀ ਦੇ ਵਿੱਚੋਂ ਉਹਨੇ ਇੱਕ ਨਾਰੀ ਬਣਾਈ, ਆਮੀਨ ਔਰ ਉਹਨੂੰ ਜਦੋਂ ਉਹਦੇ ਕੋਲ ਲਿਆਂਦਾ ਤੇ ਉਹ ਪਛਾਣ ਗਿਆ ਸੱਚ ਕਿ ਇਹ ਮੇਰੇ ਮਾਸ ਚੋਂ ਮਾਸ, ਮੇਰੇ ਹੱਡੀ ਚੋਂ ਹੱਡੀ, ਔਰ ਇਸ ਲਈ ਇਹ ਨਾਰੀ ਅਖਵਾਏਗੀ, ਹਨਾ। ਉਸੇ ਤਰੀਕੇ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਉੱਤੇ ਵੀ ਗੂੜੀ ਨੀਂਦ ਭੇਜੀ ਗਈ। ਜੀ ਉਸ ਕਲਵਰੀ ਕਰੂਜ਼ ਦੇ ਉੱਤੇ ਜਦੋਂ ਸੌਂ ਗਿਆ, ਜੀ ਕਿਉਂਕਿ ਬਾਈਬਲ ਉਹਨੂੰ ਸੌਂ ਗਿਆ ਦੱਸਦੀ ਆ। ਆਮੀਨ ਬਾਈਬਲ ਕੀ ਦੱਸਦੀ ਆ? ਸੌਂ ਗਿਆ। ਜਦੋਂ ਸੁੱਤਾ ਤੇ ਉਹਦੀ ਵੀ ਬੱਖੀ ਨੂੰ ਚੀਰਿਆ ਗਿਆ, ਆਮੀਨ ਔਰ ਜਦੋਂ ਉਹਦੀ ਬੱਖੀ ਨੂੰ ਚੀਰਿਆ ਗਿਆ, ਉਹਦੇ ਵਿੱਚੋਂ ਵੀ ਇੱਕ ਨਸਲ ਕੱਢੀ ਗਈ, ਆਮੀਨ ਇੱਕ ਨਾਰੀ ਕੱਢੀ ਗਈ। ਨਾਰੀ ਸਦਾ ਕਲੀਸਿਆ ਨੂੰ ਬਿਆਨ ਕਰਦੀ ਹੈ, ਨਾਰੀ ਸਦਾ ਉਹਨਾਂ ਭੈਣ ਭਰਾਵਾਂ ਨੂੰ ਬਿਆਨ ਕਰਦੀ ਹੈ ਜਿਹੜੀ ਇੱਕ ਕਲੀਸਿਆ ਦੇ ਮੈਂਬਰ ਆ। ਆਮੀਨ ਔਰ ਉਸ ਕਲੀਸਿਆ ਦੇ ਵਿੱਚੋਂ 12 ਲੋਕ ਕੱਢ ਲਏ ਗਏ। ਜੀ ਔਰ ਦੱਸਿਆ ਜਾਂਦਾ ਜਦੋਂ ਉਹ ਲੋਕ ਕੱਢ ਲਏ ਗਏ, ਜੀ ਔਰ ਈਦੇ ਪੈਂਤੀਕੋਸ ਦੇ ਦਿਨ ਜਦ ਉਹ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਉਤਰਿਆ, ਉਸੇ ਨਸਲ ਨੇ ਇੱਕ ਏਦਾਂ ਦਾ ਕੰਮ ਕਰ ਦਿਖਾਇਆ
ਐਦਾਂ ਦੀਆਂ ਗਵਾਹੀਆਂ ਇਸ ਧਰਤੀ ਦੇ ਉੱਤੇ, सच आमीन ਐਦਾਂ ਦਾ ਨਮੂਨਾ ਪੇਸ਼ ਕੀਤਾ। ਕਿਉਂਕਿ ਪਤਰਸ ਜਿਹੜਾ ਕਦੇ ਆਮ ਜਿਹਾ ਹੀ ਸੀਗਾ, ਉਸ ਪਤਰਸ ਨੇ ਕੰਮ ਕਰਕੇ ਦਿਖਾਇਆ ਕਿ ਮੈਂ ਅਸਲੀ ਨਸਲ ਦਾ ਹਿੱਸਾ ਹਾਂ, ਮੈਂ ਅਸਲੀ ਬੀਜ ਹਾਂ। ਔਰ ਮੇਰੇ ਕੰਮ ਦੇਖੋ, ਲੋਕ ਭੀੜਾ ਲਾ ਲੈਂਦੇ ਸੀ ਜਦ ਜਿਸ ਵੀ ਰਾਸਤੇ ਤੋਂ ਪਤਰਸ ਗੁਜ਼ਰਦਾ ਸੀਗਾ। ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਪਲੂਸ ਜਿਸ ਵੀ ਜਗ੍ਹਾ ਤੋਂ ਜਾਂਦਾ ਸੀਗਾ, ਲੋਕ ਇਕੱਠੇ ਹੋ ਜਾਂਦੇ ਸੀਗੇ ਕਿ ਪਲੂਸ ਆ ਗਿਆ, ਇਹ ਉਸੇ ਹੀ ਬੀਜ ਦਾ ਹਿੱਸਾ ਸੀਗਾ। ਹਾਲੇਲੂਇਆ। ਔਰ ਜਦੋਂ ਅਸੀਂ ਦੇਖਦੇ ਹਾਂ ਇਸਤੀਫਾਨ ਵੀ ਉਸੇ ਹੀ ਨਸਲ ਦਾ ਹਿੱਸਾ ਸੀਗਾ। ਹਾਲੇਲੂਇਆ। ਜਦੋਂ ਤੁਸੀਂ ਸਭ ਜਾਣਦੇ ਹੋ ਕਿ ਹਵਾ ਦਾ ਨਾਮ ਕੀ ਸੀਗਾ? ਆਦਮ, ਹੈਨਾ? ਹਵਾ ਦਾ ਨਾਮ ਕੀ ਸੀਗਾ? ਕਿੱਥੇ ਲਿਖਿਆ ਭਲਾ ਹੈ? ਉਤਪਤ ਦੀ ਕਿਤਾਬ ਜਦੋਂ ਅਸੀਂ 5 ਅਧਿਆਇ ਪੜ੍ਹਦੇ ਹਾਂ, ਉਤਪਤ ਦੀ ਕਿਤਾਬ ਜਦੋਂ ਅਸੀਂ 5 ਦੀ ਪੜ੍ਹਦੇ ਹਾਂ, ਪਹਿਲੀਆਂ ਤੁਹਾਨੂੰ ਇੱਥੇ ਲਿਖਿਆ, ਇਹ ਆਦਮ ਦੀ ਕੁੱਲ ਪੱਤਰੀ ਦੀ ਪੋਥੀ ਹੈ। ਜਿਸ ਦਿਨ ਪਰਮੇਸ਼ਰ ਨੇ ਆਦਮ ਨੂੰ ਉਤਪਤ ਕੀਤਾ, ਉਸਨੇ ਪਰਮੇਸ਼ਰ ਵਰਗਾ ਉਹਨੂੰ ਬਣਾਇਆ, ਨਰ ਨਾਰੀ ਉਹਨਾਂ ਨੂੰ ਉਤਪਤ ਕੀਤਾ ਤੇ ਉਹਨਾਂ ਨੂੰ ਆਸ਼ੀਸ਼ ਦਿੱਤੀ। ਅਤੇ ਜਿਸ ਦਿਨ ਉਹਨਾਂ ਨੂੰ ਉਤਪਤ ਕੀਤਾ, ਉਹਨਾਂ ਦਾ ਨਾਮ ਆਦਮ ਰੱਖਿਆ। ਉਹਨਾਂ ਦੋਨਾਂ ਦਾ ਨਾਮ ਕੀ ਸੀਗਾ? ਆਦਮ ਸੀਗਾ। ਔਰ ਜਦੋਂ ਅਸੀਂ ਰਸੂਲਾਂ ਦੀ ਕਿਤਾਬ 11 ਅਧਿਆਇ ਪੜ੍ਹਦੇ ਹਾਂ, ਰਸੂਲਾਂ ਦੀ ਕਿਤਾਬ 11 ਅਧਿਆਇ, ਉਹਦੀ 26 ਚ ਲਿਖਿਆ, 11 ਦੀ 26 ਇਸ ਲਿਖਿਆ, ਅਤੇ ਉਹਨੂੰ ਲੱਭ ਕੇ ਅੰਤਾਕਿਆ ਵਿੱਚ ਲਿਆਇਆ। ਅਤੇ ਇਉਂ ਹੋਇਆ ਜੋ ਉਹ ਇੱਕ ਪੂਰਾ ਸਾਲ ਕਲੀਸਿਆ ਦੇ ਨਾਲ ਇਕੱਠੇ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਕੀਤਾ ਤੇ ਪਹਿਲਾ ਅੰਤਾਕਿਆ ਵਿੱਚ ਚੇਲੇ ਮਸੀਹ ਅਖਵਾਏ। ਆਮੀਨ। ਇਸ ਜਗ੍ਹਾ ਤੇ ਵੀ ਕੀ ਹੋਇਆ? ਉਹਦਾ ਉਸ ਲਾੜੀ ਦਾ ਨਾਮ ਵੀ ਕੀ ਸੀਗਾ ਜਿਹੜੀ ਉਹਦੇ ਵਿੱਚੋਂ ਕੱਢੀ ਗਈ? ਉਹਦਾ ਨਾਮ ਆਦਮ ਸੀਗਾ। ਇਸ ਜਗ੍ਹਾ ਤੇ ਮਸੀਹ ਦੇ ਵਿੱਚੋਂ ਇੱਕ ਲਾੜੀ ਕੱਢੀ ਗਈ ਤੇ ਉਹਨਾਂ ਦਾ ਨਾਮ ਕੀ ਆ? ਉਹ ਮਸੀਹ ਅਖਵਾ ਰਿਹਾ। ਲੋਕ ਕਹਿ ਰਹੇ ਕਿ ਇਹ ਮਸੀਹ ਆ। ਹਾਲੇਲੂਇਆ। ਅੱਜ ਅਗਰ ਅਸੀਂ ਉਹਦੇ ਵਿੱਚੋਂ ਕੱਢੇ ਗਏ ਆ, ਅੱਜ ਸਾਡੀ ਵੀ ਇੱਕ ਪਛਾਣ ਹੋਏਗੀ। ਅੱਜ ਅਸੀਂ ਵੀ ਲੋਕਾਂ ਦੇ ਸਾਹਮਣੇ ਪਹਿਚਾਣੇ ਜਾਵਾਂਗੇ ਕਿ ਅਸੀਂ ਉਹਦੇ ਵਿੱਚੋਂ ਕੱਢੇ ਗਏ ਹਾਂ। ਇਸ ਲਈ ਅਸੀਂ ਉਹਦੇ ਵਚਨ ਚੋਂ ਵਚਨ, ਉਹਦੇ ਮਾਸ ਚੋਂ ਮਾਸ, ਉਹਦੀਆਂ ਆਦਤਾਂ ਚੋਂ ਸਾਡੀਆਂ ਤੇ ਉਹਦੀਆਂ ਆਦਤਾਂ ਮਿਲਦੀਆਂ ਆ। ਹਾਲੇਲੂਇਆ। ਸਾਡਾ ਤੇ ਉਹਦਾ ਸੁਭਾਅ ਮਿਲਦਾ ਆ। ਜਿੱਦਾਂ ਦੇ ਕੰਮ ਉਹਨੇ ਇਸ ਧਰਤੀ ਉੱਤੇ ਕੀਤੇ, ਉਦਾਂ ਦੇ ਅਸੀਂ ਕਰ ਰਹੇ ਹਾਂ। ਹਾਲੇਲੂਇਆ। ਕਿਹਨਾਂ ਮੇਰੀ ਗੱਲ ਸਮਝ ਆ ਰਹੀ ਹੈ? ਅਗਰ ਇਹ ਗੱਲ ਸਮਝ ਆ ਰਹੀ, ਤੁਸੀਂ ਹਾਲੇਲੂਇਆ ਆਮੀਨ ਕਹਿ ਸਕਦੇ ਹੋ। ਕਿਉਂਕਿ ਇਹ ਗੱਲ ਕਿੰਨੀ ਇੱਕ, ਮੈਂ ਕਹਿੰਦਾ ਵੀ ਇਹ ਹਲੂਣਾ ਮਾਰਨ ਵਾਲੀ ਗੱਲ ਆ। ਜੇਕਰ ਸਾਡੀਆਂ ਆਦਤਾਂ ਪ੍ਰਭੂ ਦੇ ਨਾਲ ਨਹੀਂ ਮਿਲਦੀਆਂ ਤੇ ਫਿਰ ਅਸੀਂ ਸਹੀ ਨਸਲ ਨਹੀਂ ਆ। ਫਿਰ ਅਸੀਂ ਕਦੀ ਸਵਰਗ ਦੇ ਵਿੱਚ ਜਾਣ ਦੇ ਲਈ ਬੁਲਾਏ ਨਹੀਂ ਗਏ। ਇਸ ਲਈ ਸਾਡੇ ਯੁੱਗ ਦੇ ਨਬੀ ਨੇ ਸੰਦੇਸ਼ ਪਹੁੰਚਾਇਆ, ਤੋਂ ਨਵੇਂ ਸਿਰੇ ਤੋਂ ਜਨਮ ਲੈਣਾ ਬੜਾ ਜ਼ਰੂਰੀ ਆ। ਤੁਹਾਡਾ ਜਨਮ ਗਲਤ ਜਨਮ ਹੋ ਚੁੱਕਾ ਆ। ਤੁਸੀਂ ਇੱਕ ਗਲਤ ਬੀਜ ਦੀ ਨਸਲ ਇਸ ਜਗ੍ਹਾ ਤੇ ਆ ਗਏ ਹੋ। ਚਾਹੀਦਾ ਆ ਕਿ ਤੁਹਾਨੂੰ ਦੁਬਾਰਾ ਤੁਹਾਡਾ ਜਨਮ ਕਰਵਾਇਆ ਜਾਏ। ਜਦ ਤੱਕ ਤੁਸੀਂ ਦੁਬਾਰਾ ਨਹੀਂ ਜੰਮਦੇ, ਤਦ ਤੱਕ ਵਧੀਆ ਨਸਲ ਪੈਦਾ ਨਹੀਂ ਕਰ ਸਕਦੇ। ਵਧੀਆ ਨਸਲ ਪੈਦਾ ਕਰਨ ਦੇ ਲਈ ਸਾਨੂੰ ਦੁਬਾਰਾ ਪਵਿੱਤਰ ਆਤਮਾ ਤੋਂ ਜੰਮਣਾ ਪੈਣਾ ਹੈ। ਦੁਬਾਰਾ ਸਾਨੂੰ ਉਹਦੇ ਵਰਗੇ ਕੰਮ ਕਰਨੇ ਪੈਣੇ ਆ। ਦੁਬਾਰਾ ਸਾਨੂੰ ਉਹਦੀ ਹਜ਼ੂਰੀ ਦੇ ਵਿੱਚ ਉਸ ਪਵਿੱਤਰ ਪਰਬਤ ਉੱਤੇ ਵਸਣ ਦੇ ਲਈ ਉਹਦੇ ਵਰਗੇ ਕੰਮ ਕਰਨੇ ਪੈਣੇ ਆ। ਪ੍ਰਭੂ ਐਦਾਂ ਦੇ ਲੋਕਾਂ ਨੂੰ ਹੀ ਉਸ ਜਗ੍ਹਾ ਤੇ ਸਥਾਨ ਦੇਵੇਗਾ। ਨਹੀਂ ਤਾਂ ਬਾਕੀ ਸਾਰਿਆਂ ਦੀਆਂ ਪੂਰੀਆਂ ਬੰਨੀਆਂ ਜਾ ਰਹੀਆਂ। ਕੋਈ ਕਿੱਧਰ ਨੂੰ, ਕੋਈ ਵੈਸੇ ਹੀ ਰੁੱਸੀ ਜਾਂਦਾ ਹੈ ਨਾ, ਕੋਈ ਕਿੱਧਰ ਨੂੰ ਚਲਾ ਗਿਆ, ਕੋਈ ਕਿੱਧਰ ਨੂੰ ਚਲਾ ਗਿਆ, ਕੋਈ ਕਿੱਧਰ ਨੂੰ ਚਲਾ ਗਿਆ, ਹੈ ਨਾ। ਔਰ ਉਹਨਾਂ ਦੇ ਅੰਦਰ ਐਦਾਂ ਦੀ ਈਰਖਾ, ਐਦਾਂ ਦਾ ਸਭ ਚੀਜ਼ਾਂ ਭਰੀਆਂ ਪਈਆਂ ਆ। ਪਰ ਯਾਦ ਕਰੋ, ਉਹ ਅਸਲ ਨਸਲ ਇਸਤੀਫਾਨ ਉਹ ਅਸਲ ਬੀਜ ਸੀਗਾ। ਉਹਦੀ ਵੱਖੀ ਦੇ ਵਿੱਚੋਂ ਨਿਕਲਿਆ। ਹਾਲੇਲੂਇਆ। ਉਹ ਇਸਤੀਫਾਨ ਹੁਣ ਜਦ ਉਹ ਪ੍ਰਚਾਰ ਕਰ ਰਿਹਾ ਉਸ ਜਗ੍ਹਾ ਤੇ, ਸੌਲਸ ਵਰਗਿਆਂ ਨੂੰ ਔਰ ਜ਼ਮਾਨੇ ਦੇ ਸਾਹਮਣੇ ਬੋਲ ਰਿਹਾ ਆ
ਲੋਕ ਸਾਹਮਣੇ ਖੜੇ ਆ, ਸਭ ਈਰਖਾ ਦੇ ਨਾਲ ਭਰੇ, ਸੱਚ ਹੈ। ਸਭ ਪੱਥਰ ਲੈ ਕੇ ਖੜੇ ਆ, ਆਮੀਨ ਹਨਾ। ਤੁਸੀਂ ਇਸਤੀਫਾਨ ਦਾ ਕਰੈਕਟਰ ਜਾਣਦੇ ਹੋ, ਆਮੀਨ ਔਰ ਤਾਂ ਵੀ ਉਹਨੇ ਉਹ ਕੰਮ ਕਰਕੇ ਦਿਖਾਇਆ ਜੋ ਪ੍ਰਭੂ ਯਿਸੂ ਮਸੀਹ ਦੇ ਹਿਰਦੇ ਦੇ ਅੰਦਰ ਸੀਗਾ। ਹਾਲੇਲੂਇਆ। ਆਮੀਨ ਉਹ ਜਦ ਸਲੀਬ ਦੇ ਉੱਤੇ ਉਹ ਵੀ ਮਾਰ ਰਿਹਾ ਸੀਗਾ ਤਾਂ ਉਹਨੇ ਕਿਹਾ ਵੀ ਪ੍ਰਭੂ ਤੂੰ ਇਹਨਾਂ ਨੂੰ ਮਾਫ ਕਰ, ਇਹ ਨਹੀਂ ਜਾਣਦੇ ਕੀ ਕਰ ਰਹੇ। ਔਰ ਇਸੇ ਤਰ੍ਹਾਂ ਇਸਤੀਫਾਨ ਨੇ ਉਦਾਂ ਹੀ ਕਰਕੇ ਦਿਖਾਇਆ। ਆਮੀਨ ਅੱਜ ਅਗਰ ਅਸੀਂ ਸਹੀ ਬੀਜ ਹਾਂ ਫਿਰ ਪ੍ਰਭੂ ਵਰਗੇ ਕੰਮ ਹੀ ਪ੍ਰਗਟ ਹੋਣਗੇ। ਹਾਲੇਲੂਇਆ। ਮੇਲ ਮਿਲਾਪ ਦੀ ਸੇਵਕਾਈ ਪ੍ਰਗਟ ਆਮੀਨ ਹੋਣਗੀ। ਨਵੇਂ ਲੋਕਾਂ ਨੂੰ ਲੱਭਣ ਦੀ ਸੇਵਕਾਈ ਪ੍ਰਗਟ ਸੱਚ ਆਮੀਨ ਹੋਣਗੀ। ਕੁਝ ਜਿੰਨਾ ਭੈਣ ਭਰਾਵਾਂ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਉਹਨਾਂ ਤੱਕ ਅਪਰੋਚ ਕਰਨ ਦੀ, ਉਹਨਾਂ ਤੱਕ ਪਹੁੰਚਣ ਦੀ, ਉਹਨਾਂ ਨੂੰ ਪ੍ਰਭੂ ਦੇ ਨੇੜੇ ਲੈ ਕੇ ਆਉਣ ਦੀ ਸਾਡੀ ਤ੍ਰਿਸ਼ਨਾ ਰਹੇਗੀ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਉਹਨਾਂ ਤੱਕ ਗਵਾਹੀ ਲੈ ਕੇ ਜਾਈਏ। ਅਗਰ ਸਾਡੇ ਸਾਹਮਣੇ ਕੋਈ ਐਦਾਂ ਦੀ ਗੱਲ ਆਉਂਦੀ ਆ, ਉਹ ਕਦੀ ਅੰਦਰ ਤੱਕ ਵੀ ਜਾ ਨਹੀਂ ਸਕਦੀ, ਉਹ ਅੰਦਰ ਹੀ ਇੱਥੇ ਹੀ ਰੁਕ ਜਾਂਦੀ ਆ। ਕਿਉਂ ਭਲਾ? ਕਿਉਂਕਿ ਇਹ ਕਦੇ ਕਿਸੇ ਗਲਤ ਚੀਜ਼ ਨੂੰ ਲੈ ਕੇ ਨਹੀਂ ਜਾ ਸਕਦਾ। ਇਸੇ ਲਈ ਭਾਵੇਂ ਇਸ ਜਗ੍ਹਾ ਤੇ ਇਸਤੀਫਾਨ ਦੇ ਸਾਹਮਣੇ ਲੋਕ ਜਿੱਦਾਂ ਦੇ ਮਰਜ਼ੀ ਖੜੇ ਸੀਗੇ, ਜੀ। ਪਰ ਉਹਨੇ ਸਭਨਾਂ ਨੂੰ ਪਿਆਰ ਦੀ ਨਿਗਾਹ ਨਾਲ ਹਾਲੇਲੂਇਆ। ਉਹਨੇ ਕਿਹਾ ਕਿ ਪ੍ਰਭੂ ਤੂੰ ਇਹਨਾਂ ਸਭਨਾਂ ਨੂੰ ਮਾਫ ਕਰ ਦੇ, ਇਹ ਨਹੀਂ ਜਾਣਦੇ ਕਿ ਕੀ ਕਰ ਰਹੇ ਆ। ਆਮੀਨ ਜਿੱਦਾਂ ਹੀ ਉਹਨੇ ਕਿਹਾ ਉਹਦੇ ਲਈ ਸਵਰਗ ਖੁੱਲ ਗਿਆ, ਔਰ ਸਵਰਗ ਦੇ ਵਿੱਚ ਉਹਨੇ ਉਹ ਸਾਰੇ ਦਰਸ਼ਨ ਨੂੰ ਪ੍ਰਾਪਤ ਕਰ ਲਿਆ ਕਿ ਸਵਰਗ ਦੇ ਵਿੱਚ ਕੀ ਕੁਛ ਆ। ਉਸੇ ਤਰੀਕੇ ਨਾਲ ਅਸੀਂ ਅਗਰ ਅੱਜ ਸਵਰਗ 'ਚ ਜਾਣਾ ਚਾਹੁੰਦੇ ਹਾਂ ਫਿਰ ਸਾਨੂੰ ਸਹੀ ਜਨਮ ਲੈਣਾ ਪੈਣਾ ਹੈ, ਆਮੀਨ ਸਹੀ ਤਰੀਕੇ ਨਾਲ ਜੰਮਣਾ ਪੈਣਾ ਹੈ, ਤਾਂ ਜੋ ਅਸੀਂ ਉਹਦੇ ਪਵਿੱਤਰ ਪਹਾੜ ਦੇ ਉੱਤੇ ਵਸ ਸਕੀਏ। ਪ੍ਰਭੂ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇ। ਆਓ ਸਭ ਸਿਰਾਂ ਝੁਕਾਉਂਦੇ ਅੱਖਾਂ ਬੰਦ ਕਰਦੇ ਹਾਂ। ਮਹਾਨ ਸਵਰਗੀ ਪਿਤਾ ਯਿਸੂ ਨਾਸਰੀ ਪ੍ਰਭੂ, ਜਦ ਇਹ ਸਾਰੀ ਬਾਈਬਲ ਸਿੰਬਲਾਂ 'ਚ ਆ, ਬੁਝਾਰਤਾਂ 'ਚ ਆ, ਔਰ ਇੱਥੋਂ ਤੱਕ ਕਿ ਤੇਰਾ ਵਚਨ ਕਿੰਨਾ ਅਨੰਤ ਆ, ਪਰ ਧੰਨਵਾਦ ਕਰਦੇ ਹਾਂ ਪ੍ਰਭੂ ਜਦ ਤੂੰ ਸਾਡੇ ਦਿਨਾਂ ਦੇ ਵਿੱਚ ਸਮੇਂ ਦੇ ਸੰਦੇਸ਼ ਵਾਕ ਨੂੰ ਭੇਜਿਆ ਹੈ ਪ੍ਰਭੂ, ਜਿਸ ਨੇ ਪ੍ਰਭੂ ਇਸ ਸਮੇਂ ਦੇ ਸੰਦੇਸ਼ ਦੇ ਨਾਲ ਸਾਡੀ ਪਹਿਚਾਨ ਕਰਵਾ ਦਿੱਤੀ ਹੈ ਪ੍ਰਭੂ। ਔਰ ਪ੍ਰਭੂ ਅੱਜ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਤੇਰਾ ਵਚਨ ਮੰਨਣ ਤੋਂ ਰੋਕ ਸਕਦੀ ਹੈ ਪ੍ਰਭੂ? ਕਿਉਂਕਿ ਪ੍ਰਭੂ ਤੂੰ ਕਿਹਾ ਹੈ ਕਿ ਇਨਸਾਨ ਕੇਵਲ ਰੋਟੀ ਦੇ ਨਾਲ ਨਹੀਂ ਬਲਕਿ ਉਸ ਹਰੇਕ ਵਚਨ ਦੇ ਨਾਲ ਜਿਹੜਾ ਪਰਮੇਸ਼ਰ ਦੇ ਮੁਖ ਚੋਂ ਨਿਕਲਦਾ ਹੈ। ਪ੍ਰਭੂ ਜਦ ਇਹ ਵਚਨ ਤੇਰੇ ਮੁਖ ਚੋਂ ਨਿਕਲਿਆ ਕਿ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਪਹਿਚਾਨਦੀਆਂ ਹਨ, ਪਰ ਮੈਂ ਆਸ ਕਰਦਾ ਹਾਂ ਕਿ ਇਸ ਜਗ੍ਹਾ ਤੇ ਤੇਰੀਆਂ ਭੇਡਾਂ ਨੇ ਤੇਰੀ ਆਵਾਜ਼ ਨੂੰ ਪਹਿਚਾਨ ਲਿਆ ਹੈ ਪ੍ਰਭੂ। ਪਰ ਹੁੰਦੇ ਕਿ ਉਹਨਾਂ ਦੇ ਅੰਦਰ ਤੇਰਾ ਸੁਭਾਅ ਔਰ ਤੇਰੀ ਪੂਰੀ ਉਹ ਮਿਹਨਤ ਜੋ ਤੂੰ ਇਸ ਧਰਤੀ ਦੇ ਉੱਤੇ ਆ ਕੇ ਕੀਤੀ ਪ੍ਰਭੂ, ਉਹ ਸਭ ਚੀਜ਼ਾਂ ਇਸ ਜਗ੍ਹਾ ਤੇ ਪ੍ਰਗਟ ਹੋ ਜਾਣ ਪ੍ਰਭੂ। ਲੋਕ ਜਾਣ ਸਕਣ ਕਿ ਸੱਚਮੁੱਚ ਕੁਝ ਮਸੀਹ ਆ ਜਿਹੜੇ ਇਸ ਧਰਤੀ ਦੇ ਉੱਤੇ ਵੱਸਦੇ ਹਨ। ਤੂੰ ਆਏ ਸਭ ਭੈਣਾਂ ਭਰਾਵਾਂ ਨੂੰ ਬਹੁਤ ਵੱਡੀ ਆਸ਼ੀਸ਼ ਬਰਕਤ ਦੇ। ਹੁੰਦੇ ਕਿ ਵੈਰੀ ਸ਼ੈਤਾਨ ਇਸ ਸੰਦੇਸ਼ ਨੂੰ ਚੁਰਾ ਕੇ ਨਾ ਲੈ ਕੇ ਜਾ ਸਕੇ, ਬਲਕਿ ਸਭਨਾਂ ਦੇ ਅੰਦਰ ਸੋਗ ਨਾ ਫਲ ਲੈ ਕੇ ਆਵੇ। ਹਰੇਕ ਭੈਣ ਭਰਾ ਦੇ ਉੱਤੇ ਦਇਆ ਕਰ, ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਅਗਲਾ ਸਮਾਂ ਭਾਈ ਜੀ ਧੰਨਵਾਦ ਰੱਖਦੇ ਹਾਂ।